ਵਿਨਿੰਗ ਪੰਜਾਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸਾਡੇ ਇਸ ਚੈਨਲ ਦਾ ਦੂਜਾ ਸ਼ੋਅ ਹੈ ਤੇ ਦੂਜੇ ਸ਼ੋਅ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹਾਂ ਪੰਜਾਬ ਦਾ ਸਭ ਤੋਂ ਵੱਡਾ ਸਰਵੇ, ਜਿਹਦੇ ਵਿੱਚ ਗੱਲਬਾਤ ਕਰਾਂਗੇ ਕਿ ਜਿਹੜੇ 5 ਪਾਰਟੀਆਂ ਨੇ ਮੁੱਖ ਪੰਜਾਬ ਦੀਆਂ, ਉਹਨਾਂ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਕਿਹੋ ਜਿਹੀ ਕਾਰਗੁਜ਼ਾਰੀ ਰਹਿਣ ਵਾਲੀ ਹੈ, ਕਿਹਦੀ ਕੀ ਭੂਮਿਕਾ ਹੈ ਤੇ ਕਿਹੜਾ ਪ੍ਰਧਾਨ ਬਾਜੀ ਮਾਰੇਗਾ ਤੇ ਕਿਹਦੀ ਪ੍ਰਧਾਨਗੀ ਦੇ ਵਿੱਚ ਜਿਹੜੀ ਪਾਰਟੀ ਹੈ ਉਹ ਸੱਤਾ ਦਾ ਰਸਤਾ ਜਿਹੜਾ ਅਖਤਿਆਰ ਕਰੇਗੀ, ਸੱਤਾ ਤੱਕ ਪਹੁੰਚੇਗੀ। ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਗੱਲਬਾਤ ਅਸੀਂ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਬਾਰੇ, ਜਿਹੜੇ ਕਾਂਗਰਸ ਦੇ ਪ੍ਰਧਾਨ ਨੇ। ਗੱਲਬਾਤ ਕਰਾਂਗੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਬਾਰੇ, ਉਹ ਅਕਾਲੀ ਦਲ ਦੇ ਪ੍ਰਧਾਨ ਨੇ। ਗੱਲਬਾਤ ਕਰਾਂਗੇ ਭਗਵੰਤ ਮਾਨ ਦੇ ਬਾਰੇ। ਗੱਲਬਾਤ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਬਾਰੇ ਤੇ ਉਹਨਾਂ ਦੀ ਪਾਰਟੀ ਦੇ ਬਾਰੇ। ਗੱਲਬਾਤ ਅਸ਼ਵਨੀ ਕੁਮਾਰ ਜਿਹੜੇ ਅਸ਼ਵਨੀ ਸ਼ਰਮਾ ਨੇ ਤੇ ਉਹ ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਰਹਿਣਗੇ ਅਣਖੀ ਸਾਹਿਬ, ਤੇ ਅਣਖੀ ਸਾਹਿਬ ਜਿਹੜੇ ਆ ਉਹ ਸੀਨੀਅਰ ਪੱਤਰਕਾਰ ਨੇ। ਇਸ ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਨਗੇ। ਇੱਕ ਜਿਹੜੀ ਗੱਲ ਆ ਪੰਜਾਬ ਦੀ ਸਿਆਸਤ ਦੀ, ਪੰਜਾਬ ਦੇ ਜਿਹੜੇ ਬਦਲਦੇ ਸਮੀਕਰਨ ਆ ਪੰਜਾਬ ਦੀ ਸਿਆਸਤ ਦੇ, ਉਹ ਜਿਹੜੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇਗੀ ਤੇ ਪੰਜਾਬ ਦੀ ਸਿਆਸਤ ਨੂੰ ਚੰਗੇ ਤਰੀਕੇ ਦੇ ਨਾਲ ਸਮਝਣ ਦੇ ਲਈ ਇਹ ਜਿਹੜਾ ਪ੍ਰੋਗਰਾਮ ਆ ਤੁਹਾਨੂੰ ਪੂਰਾ ਜਿਹੜਾ ਦੇਖਣਾ ਜ਼ਰੂਰੀ ਹੋਵੇਗਾ। ਸਭ ਤੋਂ ਪਹਿਲਾਂ ਅਣਖੀ ਸਾਹਿਬ ਦਾ ਸਵਾਗਤ ਕਰਦੇ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਜੀ, ਕਿਵੇਂ ਦੇਖਦੇ ਹੋ? ਸ਼ੁਰੂਆਤ ਆਪਾਂ ਅਸ਼ਵਨੀ ਸ਼ਰਮਾ ਤੋਂ ਕਰੀਏ। ਬਹੁਤ ਸਾਰੇ ਦਰਸ਼ਕ ਸੋਚਦੇ ਹੋਣਗੇ ਕਿ ਬੀਜੇਪੀ ਜਿਹੜੀ ਹੈਗੀ ਹੈ ਤੇ ਸੰਯੁਕਤ ਅਕਾਲੀ ਦਲ ਨੂੰ ਵਿੱਚ ਲੈਣ ਦੀ ਕੀ ਲੋੜ ਸੀ। ਜਿਹੜੀ ਦੌੜ ਸੱਤਾ ਦੇ ਵਿੱਚ ਜਿਹੜੀਆਂ 3 ਪਾਰਟੀਆਂ ਨੇ, ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਹੀ ਹੈ। ਪਰ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀ ਬੀਜੇਪੀ ਆ ਉਹ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਇਸ ਵਕਤ ਉੱਭਰੀ ਆ। ਬੇਸ਼ੱਕ ਪੰਜਾਬ ਦੇ ਵਿੱਚ ਹਾਸ਼ੀਏ ਤੇ ਆ, ਪਰ ਫਿਰ ਵੀ ਸਾਡੀ ਗੱਲ ਕਰਨੀ ਬਣਦੀ ਹੈ। ਤਾਂ ਦੂਜੇ ਪਾਸੇ ਸੰਯੁਕਤ ਅਕਾਲੀ ਦਲ ਜਿਹੜਾ, ਉਹਦੇ ਵਿੱਚ ਬਹੁਤ ਸਾਰੇ ਵੱਡੇ ਲੀਡਰ ਨੇ। ਉਹਨਾਂ ਨੇ ਹਲੇ ਆਪਣੇ ਆਪ ਨੂੰ ਪਰਖਣਾ ਹੈ। ਪਹਿਲੀ ਵਾਰੀ ਪਾਰਟੀ ਆਈ ਹੈ, ਕੋਈ ਪਤਾ ਨਹੀਂ ਹੁੰਦਾ ਕੌਣ ਕਿੱਥੇ ਜੇ ਖੜਾ, ਇਸ ਲਈ ਉਹਨਾਂ ਦੀ ਵੀ ਜਿਹੜੀ ਗੱਲਬਾਤ ਕਰਨੀ ਬਣਦੀ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਬੀਜੇਪੀ ਤੋਂ ਹੀ ਸ਼ੁਰੂ ਕਰਾਂਗੇ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ? ਬੀਜੇਪੀ ਇਸ ਵਕਤ ਪੰਜਾਬ ਦੇ ਅੰਦਰ ਹਾਸ਼ੀਏ ਤੇ ਹੈ। ਦੂਜੇ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ, ਉਹਦੇ ਕਰਕੇ ਹੋਰ ਵੀ ਬੈਕਫੁੱਟ ਤੇ ਚਲੀ ਗਈ ਹੈ। ਪਹਿਲਾਂ ਅਕਾਲੀ ਦਲ ਦਾ ਉਹਨਾਂ ਨੂੰ ਸਹਾਰਾ ਸੀ, ਪਰ ਹੁਣ ਇੱਕ ਤਾਂ ਕਿਸਾਨ ਅੰਦੋਲਨ ਕਰਕੇ ਵੱਡੀ ਢਾਹ ਲੱਗੀ ਹੈ ਤੇ ਦੂਜਾ ਅਕਾਲੀ ਦਲ ਵੀ ਉਹਨਾਂ ਦਾ ਸਾਥ ਛੱਡ ਗਿਆ। ਕਿਵੇਂ ਦੇਖਦੇ ਹੋ ਕਿ ਅਜਿਹੇ ਦੇ ਵਿੱਚ ਅਸ਼ਵਨੀ ਸ਼ਰਮਾ ਜਿਹੜੇ ਆ ਉਹ ਆਪਣੀ ਪ੍ਰਧਾਨਗੀ ਦੇ ਅੰਦਰ ਕਿਵੇਂ ਜਿਤਾਉਣਗੇ ਬੀਜੇਪੀ ਨੂੰ? ਬੇਸ਼ੱਕ ਉਹ ਵੱਡੇ ਵੱਡੇ ਦਾਅਵੇ ਕਰ ਰਹੇ ਹੋਣ, ਪਰ ਅਸਲੀਅਤ ਲੋਕਾਂ ਦੇ ਵਿੱਚ ਕੁਝ ਹੋਰ ਹੈ। ਕਿਵੇਂ ਦੇਖਦੇ? ਦੇਖੋ ਸੁਖਵਿੰਦਰ ਜੀ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜੇ ਤੁਸੀਂ ਗੱਲ ਕਰਦੇ ਜੇ, ਤਾਂ ਭਾਰਤੀ ਜਨਤਾ ਪਾਰਟੀ ਦਾ ਜੇਕਰ ਆਧਾਰ ਪੰਜਾਬ 'ਚ ਵੇਖਿਆ ਜਾਵੇ ਤਾਂ ਕਦੇ ਵੀ ਨਹੀਂ ਰਿਹਾ। ਜੇਕਰ ਉਹ ਰਿਹਾ ਤਾਂ ਕੇਵਲ ਔਰ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜ ਕੇ ਉਹਨਾਂ ਦੀ ਜਿਹੜੀ ਸਥਿਤੀ ਆ ਉਹ 1997 ਤੋਂ ਲੈ ਕੇ ਤੇ 2017 ਤੱਕ ਜਿਹੜੀ ਰਹੀ ਹੈਗੀ ਆ। ਅਗਰ ਉਸ ਤੋਂ ਪਿੱਛੋਂ ਵੇਖੋ ਤਾਂ ਬੀਜੇਪੀ ਦਾ ਕੋਈ ਜ਼ਿਆਦਾ ਇਹਨਾਂ ਵਧੀਆ ਜਨਤਕ ਆਧਾਰ ਜਿਹੜਾ ਉਹ ਸਾਨੂੰ ਨਜ਼ਰੀ ਜਿਹੜਾ ਉਹ ਨਹੀਂ ਆਉਂਦਾ। ਤੇ ਦੂਸਰੇ ਬੰਨੇ ਜੇਕਰ ਹੁਣ ਅੱਜ ਦੇ ਸੰਦਰਭ 'ਚ ਤੁਸੀਂ ਗੱਲ ਕਰਦੇ ਜੇ ਕਿ ਅੱਜ ਜਿਹੜੀ ਬੀਜੇਪੀ ਦੀ ਕੀ ਕੰਡੀਸ਼ਨ ਹੈ, ਉਹ ਤਾਂ ਸਾਰੇ ਕੋਈ ਵੀ ਇਸ ਤੋਂ ਅਣਭਿੱਜ ਨਹੀਂ ਹੈ, ਕੋਈ ਵੀ ਇਸ ਤੋਂ ਅਣਜਾਣ ਨਹੀਂ ਹੈਗਾ ਕਿ ਜਿਹੜੀ ਸਿਚੁਏਸ਼ਨ ਜਿਹੜੀ ਅੱਜ ਚੱਲਦੀ ਪਈ ਹੈ। ਕਾਰਨ ਉਸਦਾ ਇਹ ਹੈ ਕਿ ਬੀਜੇਪੀ ਦੀ ਜਿਹੜੀ ਅਜੋਕੀ ਸਥਿਤੀ ਹੈ, ਸਭ ਤੋਂ ਜ਼ਿਆਦਾ ਇਸ ਨੂੰ ਢਾਹ ਜਿਹੜੀ ਆ ਉਹ ਕਿਸਾਨੀ ਅੰਦੋਲਨ ਨੇ ਲਾਈ ਹੈ। ਕਿਸਾਨੀ ਅੰਦੋਲਨ ਲਾਈ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਸ਼ਹਿਰਾਂ ਦੇ ਵਿੱਚ। ਜਿਸ ਤਰੀਕੇ ਨਾਲ ਬੀਜੇਪੀ ਲੀਡਰਾਂ ਦਾ ਵਿਰੋਧ ਹੋ ਰਿਹਾ ਔਰ ਇੱਕ ਲੰਮੀ ਭਾਈਵਾਲੀ ਪਾਰਟੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਔਰ ਬਲਕਿ ਅਡਵਾਨੀ ਜਾਂ ਅਟਲ ਬਿਹਾਰੀ ਵਾਜਪੇਈ ਨੇ ਆਪਸੀ ਜਿਹੜਾ ਸਮਝੌਤਾ ਕੀਤਾ ਸੀ ਔਰ ਪਾਰਟੀ ਦੀ ਕਿਸ ਤਰੀਕੇ ਨਾਲ ਭਾਈਚਾਰਕ ਸਾਂਝ ਜਿਹੜੀ ਚੱਲਦੀ ਆਈ, ਉਹ ਨਰਿੰਦਰ ਮੋਦੀ ਦੇ ਜਿਹੜੇ ਇਹ ਕਾਲੇ ਕਾਨੂੰਨ ਜਿਹੜੇ ਉਸਨੇ ਬਣਾਏ ਨੇ, ਇਹਦੇ ਕਰਕੇ ਜਿਹੜਾ ਆਪਣਾ ਵੋਟ ਬੈਂਕ ਨੂੰ ਖੁਰਦਾ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹਦੇ ਨਾਲ ਆਪਣਾ ਨਾਤਾ ਜਿਹੜਾ ਤੋੜ ਲਿਆ। ਤਾਂ ਸਾਰੇ ਫਿਰ ਇਹ ਸਾਰੇ ਸੰਦਰਭ 'ਚ ਜਾਂ ਇਹ ਸਾਰੀ ਸਥਿਤੀ ਦੇ ਵਿੱਚ ਅਕਾਲੀ ਦਲ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਪੂਰਨ ਤੌਰ ਤੇ ਹਾਸ਼ੀਏ ਤੋਂ ਜਿਹੜੀ ਆ ਬਾਹਰ ਜਾ ਪਈ ਆ। ਤਾਂ ਇਹਦੇ ਸੰਬੰਧੀ ਤਾਂ ਕੋਈ ਜਿਹੜੀ ਗੱਲ ਹੀ ਜਿਹੜੀ ਉਹ ਨਹੀਂ ਹੈਗੀ ਕਿ ਇਸ ਦਾ ਕੀ ਆਧਾਰ ਹੈ ਜਾਂ ਕੀ ਆਧਾਰ ਨਹੀਂ। ਪਰ ਜਿਸ ਤਰੀਕੇ ਨਾਲ ਤੁਸੀਂ ਆਪਣੀ ਭੂਮਿਕਾ 'ਚ ਗੱਲ ਕੀਤੀ ਕਿ ਸਾਨੂੰ ਉਸ ਦੀ ਗੱਲ ਕਰਨੀ ਪਏਗੀ, ਕਿਉਂਕਿ ਕੇਂਦਰ ਦੇ ਵਿੱਚ ਉਹ 333 ਜਿਹੜੇ MP ਲੈ ਕੇ ਉਹ ਇੱਕ ਮਜ਼ਬੂਤ ਸਰਕਾਰ ਜਿਹੜੀ ਚਲਾ ਰਹੀ ਆ, ਨਰਿੰਦਰ ਮੋਦੀ ਉਹਨਾਂ ਦੀ ਅਗਵਾਈ ਕਰ ਰਹੇ ਆ, ਜਿਹੜਾ ਕਿਸੇ ਦੇ ਵੀ ਕੋਈ ਪ੍ਰਵਾਹ ਜਿਹੜੀ ਉਹ ਨਹੀਂ ਕਰਦਾ। ਤਾਂ ਫਿਰ ਉਸ ਦਾ ਜ਼ਿਕਰ ਕਰਨਾ ਬਣਦਾ। ਔਰ ਬਕਾਇਦਾ ਤੌਰ ਤੇ ਤੁਸੀਂ ਵੇਖੋ ਜਿਹੜੇ ਬੀਜੇਪੀ ਦੇ ਪੰਜਾਬ 'ਚ ਸਰਗਰਮ ਨੇਤਾ ਨੇ, ਚਾਹੇ ਹਰਜੀਤ ਗਰੇਵਾਲ ਹੋਵੇ, ਚਾਹੇ ਅਸ਼ਵਨੀ ਸ਼ਰਮਾ ਹੋਣੀ ਹੋਣ ਜਾਂ ਕੋਈ ਵੀ ਹੋਣ, ਉਹ 117 ਦੀ 117 ਸੀਟਾਂ ਜਿੱਤਣ ਦਾ ਦਾਅਵਾ ਕਰਦੇ ਆ ਔਰ ਇਹ ਵੀ ਕਹਿੰਦੇ ਨੇ ਕਿ ਸਾਡਾ ਕਾਡਰ ਜਿਹੜਾ ਬੜਾ ਮਜ਼ਬੂਤ ਆ, ਸਾਡੀ ਭਰਤੀ ਜਿਹੜੀ ਬੜੀ ਮਜ਼ਬੂਤ ਆ। ਤਾਂ ਉਹਦੇ ਆਧਾਰ ਤੇ ਚਲੋ ਸੁਪਨੇ ਲੈਣੀ ਚੰਗੀ ਗੱਲ ਹੈ। 117 ਦੇ ਵਿੱਚੋਂ ਉਹ ਭਾਵੇਂ 121 ਵੀ ਕਹਿ ਦੇਣ, ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੀ ਸਥਿਤੀ ਜੇ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਜ਼ਮੀਨੀ ਹਕੀਕਤ ਦੀ ਸਿੱਧੂ ਸਾਹਿਬ ਗੱਲ ਇਹ ਹੈ ਕਿ ਤੁਸੀਂ
ਭਾਰਤੀ ਜਨਤਾ ਪਾਰਟੀ ਦਾ ਇਹਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਅਸੀਂ ਉਹਨੂੰ ਮੰਨਫੀ ਜਿਹੜਾ ਨਾ ਉਹ ਨਹੀਂ ਕਰ ਸਕਦੇ ਪੰਜਾਬ ਦੀ ਸਿਆਸਤ ਦੇ ਵਿੱਚੋਂ। ਕਾਰਨ ਕੀ ਆ ਕਿ ਜਿਸ ਤਰੀਕੇ ਦੇ ਨਾਲ ਸ਼ਹਿਰੀ ਵੋਟ ਜਿਹੜਾ ਉਹਨਾਂ ਦੇ ਨਾਲ ਜੁੜਿਆ, ਕੁਝ ਹਿੰਦੂ ਕੱਟੜਵਾਦੀ ਜਿਹੜੀ ਵੋਟ ਆ ਉਹ ਜਿਹੜੇ ਸੰਘ ਨਾਲ ਰਿਲੇਟਡ ਨੇ, ਉਹ ਵੋਟ ਜਿਹੜੀ ਹੈ ਕੁਦਰਤੀ ਤੌਰ ਤੇ ਬੀਜੇਪੀ ਦੇ ਖਾਤੇ 'ਚ ਜਾਂਦੀ ਹੈ। ਤਾਂ ਬੀਜੇਪੀ ਜੇਕਰ ਚੋਣ ਮੈਦਾਨ ਤੇ ਉਤਰਦੀ ਹੈ, ਬੇਸ਼ੱਕ 117 ਦੀਆਂ 17 ਸੀਟਾਂ ਦੇ ਉਮੀਦਵਾਰ ਉਤਾਰੇ, ਕਿਉਂਕਿ ਰਣਨੀਤੀ ਤਾਂ ਉਹਨਾਂ ਨੇ ਵੀ ਕੋਈ ਨਾ ਕੋਈ ਬਣਾਈ ਹੈ। ਜਿਸ ਤਰੀਕੇ ਨਾਲ ਅਮਿਤ ਸ਼ਾਹ ਨੂੰ ਭਾਰਤੀ ਜਿਹੜਾ ਭਾਜਪਾ ਦੀ ਰਣਨੀਤੀ ਦਾ ਇੱਕ ਚਾਣਕੀਆ ਮੰਨਿਆ ਜਾਂਦਾ ਜਾਂ ਚਾਣਕੀਆ ਕਿਹਾ ਜਾਂਦਾ, ਕੀ ਪਤਾ ਉਹਨਾਂ ਨੇ ਕਿਹੜੇ ਪੱਤੇ ਜਿਹੜੇ ਸੁੱਟਣੇ। ਔਰ ਵੱਡੀ ਟੇਕ ਜਿਹੜੀ ਹੈ ਉਹਨਾਂ ਦੀ ਟੇਕ ਜਿਹੜੀ ਇਸੇ ਚੀਜ਼ ਤੇ ਹੈ ਕਿ ਜਿਹੜੀਆਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੇਤਾ ਆਉਣੇ, ਸਿੱਖ ਨੇਤਾ ਆਉਣੇ ਨੇ, ਉਹਨਾਂ ਨੂੰ ਸਿੱਖ ਲੀਡਰਾਂ ਨੂੰ ਲੈ ਕੇ ਅੱਗੇ ਕੀਤਾ ਜਾਵੇ ਤੇ ਬੀਜੇਪੀ ਦੀ ਚੋਣ ਜਿਹੜੀ ਹੈ ਲੜਾਈ ਜਾਵੇ। ਤਾਂ ਜਦੋਂ ਉਹ ਸਾਰੀ ਸਥਿਤੀ ਜਾਂ ਉਹ ਸਾਰੇ ਸਿਨੈਰੀਓ 'ਚ ਅਸੀਂ ਵੇਖਦੇ ਹਾਂ ਤਾਂ ਤੁਸੀਂ ਮਹਿਸੂਸ ਕਰੋ ਭਾਜਪਾ ਦੇ ਵੱਲੋਂ ਇੱਕ ਹੋਰ ਵੱਡਾ ਪੱਤਾ ਦਲਿਤ ਕਾਰਡ ਵੀ ਜਿਹੜਾ ਖੇਡਿਆ ਗਿਆ ਪੰਜਾਬ ਦੇ ਵਿੱਚ, ਐਲਾਨ ਕੀਤਾ ਗਿਆ ਕਿ ਦਲਿਤ ਸੀਐਮ ਹੋਵੇਗਾ ਸਾਡਾ। ਜੀ ਬਿਲਕੁਲ। ਦੂਸਰਾ, ਹਾਂ ਬਿਲਕੁਲ, ਤੁਸੀਂ ਇਹ ਗੱਲ ਮੈਂ ਸ਼ਾਇਦ ਮੇਰੇ ਦਿਮਾਗ 'ਚ ਨਹੀਂ ਸੀ ਆ ਰਹੀ ਕਿ ਦਲਿਤ ਕਾਰਡ ਨੂੰ ਲੈ ਕੇ ਉਹਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਭੁਚਾਲ ਜਿਹਾ ਲੈਣ ਦਾ ਸਭ ਤੋਂ ਪਹਿਲਾਂ ਐਲਾਨ ਉਹਨਾਂ ਨੇ ਕੀਤਾ। ਉਹਦੀ ਵੇਖਾ ਵੇਖੀ ਫਿਰ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕੀਤਾ ਤਾਂ ਔਰ ਉਹਨਾਂ ਨੇ ਹੀ ਕੀਤਾ। ਸਿਰਫ ਦਲਿਤ ਮੁੱਖ ਮੰਤਰੀ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ, ਬਾਕੀ ਪਾਰਟੀਆਂ ਜਿਨ੍ਹਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਤਾਂ ਸਿਰਫ ਉਪ ਮੁੱਖ ਮੰਤਰੀ ਤੱਕ ਦਾ ਐਲਾਨ ਕੀਤਾ। ਜੀ ਬਿਲਕੁਲ। ਔਰ ਜਿਸ ਤਰੀਕੇ ਨਾਲ ਫਿਰ ਕਾਂਗਰਸ ਨੂੰ ਵੀ ਪਹੁੰਚਣ ਪਈ, ਉਹਨਾਂ ਨੇ ਵੀ ਇੱਕ ਬੰਦਾ ਜਿਹੜਾ ਡਿਪਟੀ ਮੁੱਖ ਮੰਤਰੀ ਬਣਾਉਣ ਵਾਸਤੇ ਜਿਸ ਤਰ੍ਹਾਂ ਜ਼ੋਰ ਲਾ ਰਹੇ ਨੇ, ਕਹਿਣ ਦਾ ਭਾਵ ਕਿ ਉਹਨਾਂ ਨੇ ਤਾਂ ਮੁੱਖ ਮੰਤਰੀ ਦਾ ਆਹ ਬੜਾ ਵੱਡਾ ਜਿਹੜਾ ਪੱਖ ਆ ਉਹ ਦਬਾਬੇ ਦੇ ਵਿੱਚ ਇੱਕ ਮਹੱਤਵਪੂਰਨ ਇਹ ਜਿਹੜਾ ਉਹਨਾਂ ਦਾ ਪੱਤਾ ਆ ਇਹ ਕੰਮ ਕਰੇਗਾ ਦਲਿਤ ਕਾਰਡ ਦਾ। ਔਰ ਜਿਸ ਤਰੀਕੇ ਨਾਲ ਬੀਤੇ ਦਿਨ ਬਠਿੰਡਾ ਦੇ ਇੱਕ ਗੁਰਦੁਆਰੇ 'ਚ ਇੱਕ ਅਰਦਾਸ ਕਰਾਈ ਗਈ, ਤਾਂ ਤੁਸੀਂ ਇਸ ਗੱਲ ਨੂੰ ਤੁਸੀਂ ਮੰਨ ਕੇ, ਆਪਾਂ ਇਹ ਗੱਲ ਮੰਨ ਕੇ ਚੱਲਦੇ ਹਾਂ ਕਿ ਬੀਜੇਪੀ ਅੰਦਰੋਂ ਅੰਦਰੀ ਪੂਰਨ ਤੌਰ ਤੇ ਇਸ ਚੋਣਾਂ ਨੂੰ ਲੜਨ ਵਾਸਤੇ ਤਿਆਰੀ ਬਾਰੀ ਕਰਕੇ ਬੈਠੀ ਆ। ਉਹਦੇ ਵਾਸਤੇ ਕੀ ਰਣਨੀਤੀਆਂ ਲਿਖੀਆਂ ਜਾ ਰਹੀਆਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਉਸ ਵੱਲੋਂ ਤਿਆਰੀ ਜਿਹੜੀ ਆ ਉਹ ਪੂਰਨ ਰੂਪ ਵਿੱਚ ਕੀਤੀ ਜਾ ਰਹੀ ਹੈ। ਔਰ ਇਹਦੇ ਵਿੱਚ ਉਹ ਦਲਿਤ ਕਾਰਡ ਵੀ ਸੁੱਟਣਗੇ, ਹਿੰਦੂ ਕਾਰਡ ਵੀ ਸੁੱਟਣਗੇ, ਔਰ ਸਿੱਖ ਲੀਡਰਾਂ ਨੂੰ ਵੀ ਉਹ ਸ਼ੁਰੂ ਕਰਕੇ ਔਰ ਦੇਖਣਾ ਕਰਤਾਰਪੁਰ ਕਾਰੀਡੋਰ ਦਾ ਜਿਹੜਾ ਉਹ ਸਿਹਰਾ ਲੈਣ ਦੀ ਮੋਦੀ ਸਰਕਾਰ ਜਿਹੜੀ ਆ ਉਹ ਕੋਸ਼ਿਸ਼ ਕਰੇਗੀ। ਔਰ ਇਹ ਵੀ ਹੋ ਸਕਦਾ ਕਿ ਨਾਲ ਹੀ ਨਾਲ ਆਉਂਦੇ ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜਿਹੜੀਆਂ ਕਰਾ ਦਿੱਤੀਆਂ ਜਾਣ, ਕਿਉਂਕਿ ਜਦੋਂ ਸਿਆਸਤ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ, ਜਦੋਂ ਅਸੀਂ ਕਰਨਾ ਤਾਂ ਫਿਰ ਅਸੀਂ ਕਰਦੇ ਹੀ ਕਰਨਾ। ਤਾਂ ਕਹਿਣ ਦਾ ਅਰਥ ਆ ਕਿ ਭਾਰਤੀ ਜਨਤਾ ਪਾਰਟੀ ਬੇਸ਼ੱਕ ਉਸ ਦਾ ਜਾਣਾ ਦਾ ਖਤਮ ਹੈ ਪੰਜਾਬ ਦੇ ਵਿੱਚ ਹੈ ਨਹੀਂ, ਪਰ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ। ਉਹ ਜਦੋਂ ਆਏਗੀ ਪੂਰੀ ਤਿਆਰੀ ਦੇ ਨਾਲ ਆਏਗੀ। ਔਰ ਕੋਈ ਚਮਤਕਾਰ, ਜੇਕਰ ਅਸੀਂ ਕਹੀਏ ਕਿ ਚਮਤਕਾਰ ਦੇ ਸੱਤਾ ਦੇ ਦਰ ਤੱਕ ਮੁੱਖ ਮੰਤਰੀ ਬਣਾਉਣਾ, ਕਿਉਂਕਿ ਉਹਨਾਂ ਨੇ ਐਲਾਨ ਹੀ ਤਾਂ ਕੀਤਾ ਸੀ ਕਿ ਨਾ ਤਾਂ ਉਹਨਾਂ ਕੋਲ ਇਹਨਾਂ 57 ਸੀਟਾਂ ਆਉਣੀਆਂ ਨਹੀਂ ਤੇ ਨਾ ਹੀ ਦਲਿਤ ਮੁੱਖ ਮੰਤਰੀ ਬਣਾਉਣਾ ਪੈਣਾ। ਤੇ ਜੇਕਰ ਉਹ ਵਾਕਿਆ ਇੰਨੇ ਗੰਭੀਰ ਹੋਵੇ ਤੇ ਨਾ ਰਾਧਾ ਨੱਚੇ, ਯਾਨੀ ਕਹਿਣ ਦਾ ਭਾਵ ਆਪਣੇ ਵੱਲੋਂ ਕੁਝ ਬਣੇ ਨਾ ਬਣੇ, ਲੋਕਾਂ ਲਈ ਭਸੂੜੀ ਜ਼ਰੂਰ ਪਾਤੀ। ਬਿਲਕੁਲ ਕੁਦਰਤੀ ਤੌਰ ਤੇ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਉਹਨਾਂ ਨੇ ਕਾਰਡ ਸੁੱਟੇ ਤੇ ਬਾਕੀ ਪਾਰਟੀਆਂ ਦੇ ਪੈਰਾਂ ਹੇਠੋਂ ਜਿਸ ਤਰੀਕੇ ਦਾ ਸਿਆਸੀ ਭੁਚਾਲ ਆਇਆ, ਉਹ ਸਾਰਿਆਂ ਨੂੰ ਪਤਾ। ਤੇ ਜੇਕਰ ਦਲਿਤ ਕਾਰਡ ਦੇ ਪ੍ਰਤੀ ਇੰਨੇ ਗੰਭੀਰ ਹੁੰਦੇ, ਸ਼ਾਇਦ ਅਸੀਂ ਰਾਸ਼ਟਰਪਤੀ ਦੇ ਸੰਦਰਭ ਦੇ ਵਿੱਚ ਆਪਾਂ ਪ੍ਰੋਗਰਾਮ 'ਚ ਕਿੰਤੂ ਪਰੰਤੂ ਨਹੀਂ ਉਹਨਾਂ ਦੇ ਟੀਕਾ ਟਿੱਪਣੀ ਕਰ ਸਕਦੇ, ਪਰ ਜਿਸ ਤਰੀਕੇ ਨਾਲ ਇੱਕ ਦਲਿਤ ਵਰਗ ਦੇ ਰਾਸ਼ਟਰਪਤੀ ਨੂੰ ਉਹਨਾਂ ਨੇ ਬਣਾਇਆ, ਤਾਂ ਕਿਸ ਤਰੀਕੇ ਨਾਲ ਉਹਨਾਂ ਦਾ ਵਿਹਾਰ ਜਿਹੜਾ ਮੋਦੀ ਸਰਕਾਰ ਵੱਲੋਂ ਉਹਦੇ ਨਾਲ ਕੀਤਾ ਜਾਂਦਾ, ਇਹ ਵੀ ਸਾਰੀ ਦੁਨੀਆ ਹੀ ਜਾਣਦੀ ਹੈ। ਤਾਂ ਉਹਦੇ ਸੰਬੰਧੀ ਚਲੋ ਆਪਾਂ ਜ਼ਿਆਦਾ ਕਿੰਤੂ ਪਰੰਤੂ ਨਹੀਂ ਕਰ ਸਕਦੇ, ਕਿਉਂਕਿ ਦੁਨੀਆ ਉਸ ਗੱਲ ਤੋਂ ਜਾਣਦੀ ਹੈ। ਇਹ ਵੀ ਆਨਕੀ ਸਾਹਿਬ ਇੱਕ ਗੱਲ ਇਹ ਵੀ ਹੈ, ਜਿਵੇਂ ਆਪਾਂ ਬੰਗਾਲ ਦੇ ਵਿੱਚ ਦੇਖਿਆ ਕਿ ਹਰ ਤਰ੍ਹਾਂ ਦਾ ਪੈਂਤੜਾ ਜਿਹੜਾ ਬੀਜੇਪੀ ਦੇ ਵੱਲੋਂ ਵਰਤਿਆ ਗਿਆ, ਤੇ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਇਹ ਚਰਚਾਵਾਂ ਨੇ ਕਿ ਉੱਥੇ ਜਿਵੇਂ ਬੰਗਾਲ ਦੇ ਵਿੱਚ ਆਪਣੀ ਅਫਸਰਸ਼ਾਹੀ ਨੂੰ ਵਰਤਿਆ ਗਿਆ ਪੂਰੇ ਤਰੀਕੇ ਦੇ ਨਾਲ, ਕਹਿੰਦੇ ਪੰਜਾਬ ਦੇ ਵਿੱਚ ਵੀ ਜਿਵੇਂ ਹੁਣ ਆਪਾਂ ਜਾਣਦੇ ਹਾਂ ਕਿ ਜਦੋਂ ਚੋਣ ਜਾਬਤਾ ਲੱਗ ਜਾਂਦਾ, ਚੋਣ ਜਾਬਤਾ ਲੱਗਣ ਤੋਂ ਬਾਅਦ ਅਫਸਰਾਂ ਦੇ ਹੱਥ ਸਾਰੀ ਗੇਮ ਆ ਜਾਂਦੀ ਹੈ, ਕੋਈ ਵੀ ਪੋਲੀਟੀਕਲ ਪਾਰਟੀ ਦੇ ਹੱਥ ਕੋਈ ਪਾਵਰ ਨਹੀਂ ਹੁੰਦੀ, ਤਾਂ ਅਫਸਰ ਆਪਣੀ ਚਲਾਉਂਦੇ ਨੇ। ਤਾਂ ਕੇਂਦਰ ਜ਼ਰੂਰ ਥੋੜੀ ਬਹੁਤੀ ਹਰਕਤ ਕਰ ਸਕਦਾ। ਹੁਣ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਕੇਂਦਰ ਦੇ ਜਿਹੜੇ ਲੋਕ ਨੇ ਕਹਿੰਦੇ ਕਿ ਉਹ ਜਿਹੜੇ ਸਾਰੇ ਆ ਹੁਣ ਪੰਜਾਬ ਦੇ ਵਿੱਚ IPS ਤੇ IAS ਅਧਿਕਾਰੀ ਆਪਣੇ ਫਿੱਟ ਕਰਨ ਦੇ ਮੂਡ ਦੇ ਵਿੱਚ ਆ ਚੋਣ ਕਮਿਸ਼ਨ ਦੇ ਰਾਹੀਂ, ਤਾਂ ਫਿਰ ਉਦੋਂ ਜਦੋਂ ਉਹਨਾਂ ਦੇ ਅਫਸਰ ਹੋਣਗੇ ਤਾਂ ਫਿਰ ਕਿਤੇ ਨਾ ਕਿਤੇ ਥੋੜਾ ਬਹੁਤਾ ਦੂਜੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼, ਦੂਜੇ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼, ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਸਾਰੇ ਤਰੀਕੇ ਨੂੰ, ਤਾਂ ਫਿਰ ਇਹੋ ਜਿਹੇ ਵੀ ਛੜਯੰਤਰ ਜਿਹੜੇ ਰਚੇ ਜਾ ਸਕਦੇ ਆ ਭਾਜਪਾ ਦੇ ਵੱਲੋਂ। ਨਹੀਂ ਵੇਖੋ ਜੀ, ਉਹ ਤਾਂ ਭਾਜਪਾ ਦੀ ਇੱਕ ਰਣਨੀਤੀ ਹੈ ਹੀ ਆ। ਜੋ ਅਮਿਤ ਸ਼ਾਹ ਹਰ ਤਰੀਕੇ ਨਾਲ ਚੋਣਾਂ ਜਿਹੜੀਆਂ ਲੜਨ ਦਾ ਉਹ ਜਾਣੂ ਆ, ਹਰ ਤਰੀਕਾ ਸਮਾਇਆ ਜਾਏਗਾ। ਆਪਣੇ ਜਿਹੜੇ ਅਬਜ਼ਰਵਰ ਦੇ ਜਾਂ ਚੋਣ ਜਿਹੜੇ ਅਫਸਰ ਨੇ ਉਹ ਲਗਾਏ ਜਾਣਗੇ। ਪਰ ਸਿੱਧੂ ਸਾਹਿਬ ਇਹਦੇ ਨਾਲ ਜੇਕਰ ਤੁਸੀਂ ਇਹ ਸੋਚੋ ਕਿ ਸਥਿਤੀ ਪੂਰਨ ਤੌਰ ਤੇ ਪਰਿਵਰਤਨ ਹੋ ਜਾਊਗੀ, ਤਾਂ ਇਦਾਂ ਨਹੀਂ ਹੋ ਸਕੂਗਾ। ਹਾਂ, ਥੋੜਾ ਬਹੁਤਾ ਫਰਕ ਪਾਇਆ ਜਾ ਸਕਦਾ, ਕਿਸੇ ਨੂੰ ਡਰਾ ਧਮਕਾ ਕੇ ਕੋਈ ਉਧਰੋਂ ਲਿਆਦਾ ਜਾ ਸਕਦਾ, ਕੋਈ ਉਧਰੋਂ ਜਾ ਸਕਦਾ, ਪਰ ਅਜਿਹੀ ਸਥਿਤੀ ਜਿਹੜੀ ਹੈ ਪੰਜਾਬ ਦੇ ਵਿੱਚ ਵੇਖਣ ਨੂੰ ਬਹੁਤ ਸ਼ਾਇਦ ਹੀ ਘੱਟ ਮਿਲੇ, ਕਿਉਂਕਿ ਇਹੋ ਜਿਹਾ ਹੋਰ ਭਾਰਤੀ ਜਨਤਾ ਪਾਰਟੀ ਕਰੇਗੀ ਜ਼ਰੂਰ, ਪਰ ਇਸ ਦਾ ਪ੍ਰਭਾਵ ਤੁਹਾਨੂੰ ਵੇਖਣ ਨੂੰ ਜਿਹੜਾ ਨਾ
ਉਹ ਨਹੀਂ ਮਿਲ ਸਕਦਾ, ਕਿਉਂਕਿ ਜਿਹੜੇ ਸਰਕਾਰੀ ਅਫਸਰ ਜਿਹੜੇ ਉਹ ਨਿਯੁਕਤ ਕੀਤੇ ਜਾਣਗੇ ਉਹਨਾਂ ਕੋਲ ਸਮਾਂ ਕਿੰਨਾ ਕੁ, ਜਦੋਂ ਕੋਡ ਆਫ ਕੰਡਕਟ ਦਾ ਸਮਾਂ ਲੱਗ ਜਾਏਗਾ ਜੀ 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 ਜੀ, ਤਾਂ ਸਮੇਂ ਦੇ ਦੌਰਾਨ ਉਹ ਪ੍ਰਭਾਵਿਤ ਨਹੀਂ ਕਰ ਸਕਦੇ ਕਿਸੇ ਵੀ ਬੰਦੇ ਨੂੰ ਕਿ ਤੁਸੀਂ ਸਾਡੀ ਪਾਰਟੀ ਜਾਂ ਇਸ ਤਰੀਕੇ ਨਾਲ। ਹਾਂ, ਗਿਵ ਐਂਡ ਟੇਕ ਦੀ ਪਾਲਿਸੀ ਹੋ ਸਕਦੀ ਹੈ ਕਿ ਬੰਦੇ ਕੁਝ ਤੋੜ ਕੇ ਬੀਜੇਪੀ ਦੇ ਕੇਡਰ 'ਚ ਸ਼ਾਮਲ ਕੀਤੇ ਜਾਣ, ਜਾਂ ਇਸ ਤਰੀਕੇ ਦੀ ਜਿਹੜੀ ਗੱਲਬਾਤ ਆ ਹੋ ਸਕਦੀ ਆ। ਉਹਨਾਂ ਦੇ ਜਿਹੜੇ ਅਫਸਰ ਨਿਯੁਕਤ ਕੀਤੇ ਜਾਣਗੇ ਉਹਨਾਂ ਦੇ ਨਾਲ ਹੋ ਸਕਦਾ ਡਰਾ ਧਮਕਾ ਕੇ, ਜਿਸ ਤਰੀਕੇ ਨਾਲ ਵੈਸਟ ਬੰਗਾਲ ਦੇ ਵਿੱਚ ਕੀਤਾ ਜਾਂਦਾ ਰਿਹਾ, ਕਦੇ ਕਿਸੇ ਦੇ ਰੇਡ ਕਰਾਤਾ ਕਦੇ, ਕਿਉਂਕਿ ਉਹਨਾਂ ਕੋਲ ਦੋ ਚੀਜ਼ਾਂ ਤਾਂ ਹੈ ਹੀ ਨਾ, ਈਡੀ ਵੀ ਹੈਗੀ ਆ ਔਰ ਦੂਜੇ ਬੰਨੇ CBI ਵੀ ਹੈਗੀ ਆ। ਤੇ ਜਿਸ ਤਰ੍ਹਾਂ ਸੁਖਪਾਲ ਖਹਿਰੇ ਵਰਗੇ ਬੰਦੇ ਜਿਹੜੇ ਨੇ ਉਹਨਾਂ ਦੀ ਦਾੜ ਥੱਲੇ ਤੇ ਈਡੀ ਦਾ ਛਾਪਾ ਸੁਖਪਾਲ ਸਿੰਘ ਖਹਿਰੇ ਵੱਲ ਵੀ ਕਿਸੇ ਵਕਤ ਹੀ ਕਰਵਾ ਕੇ ਕੀਤਾ ਜਾ ਸਕਦਾ ਕਿ ਹਾਂ ਵੀ ਜੇਕਰ ਵਰਤਦੇ ਇਹ ਤਾਂ ਆਪਾਂ ਦੇਖਿਆ ਹੀ ਹੈ, ਚਾਹੇ CBI ਹੋਵੇ ਚਾਹੇ ਕੋਈ ਵੀ ਹੋਰ ਵੀ ਜਾਂਚ ਏਜੰਸੀਆਂ ਹੋਣ, ਉਹ ਤਾਂ ਵਰਤੀਆਂ ਜਾਂਦੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਵੱਲੋਂ। ਪਰ ਇੱਕ ਗੱਲ ਹੋਰ ਵੀ ਹੈ, ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਅੰਦਰ ਭਾਜਪਾ ਦੇ, ਤਾਂ ਜਦੋਂ ਪਿਛਲੀ ਵਾਰੀ MC ਚੋਣਾਂ ਹੋਈਆਂ ਸੀ ਉਹਨਾਂ ਦੇ ਵਿੱਚ ਇਹਨਾਂ ਤੋਂ MC ਦੇ ਵੀ ਕੈਂਡੀਡੇਟ ਪੂਰੇ ਨਹੀਂ ਸੀ ਹੋਏ। ਲੋਕ ਡਰਦੇ ਸੀ, ਜਿਹੜੇ ਕੈਂਡੀਡੇਟ ਕਿਸਾਨਾਂ ਦੇ ਵੱਲੋਂ ਇੱਕ ਦੋ ਲੀਡਰਾਂ ਨੇ ਇਹਨਾਂ ਦੀ ਕੁੱਟਮਾਰ ਵੀ ਕੀਤੀ ਗਈ, ਇਸ ਕਰਕੇ ਵਿਰੋਧ ਵੀ ਜ਼ਬਰਦਸਤ ਇਹਨਾਂ ਦਾ ਹੋ ਰਿਹਾ ਸੀ। ਲੋਕੀ ਡਰਦੇ ਸੀ, MC ਦੀਆਂ ਵੀ ਟਿਕਟਾਂ ਨਹੀਂ ਸੀ ਲੈ ਰਹੇ, ਤਾਂ ਫਿਰ MLA ਦੀਆਂ ਟਿਕਟਾਂ ਤੇ 117 ਉਮੀਦਵਾਰ ਇਹਨਾਂ ਨੂੰ ਲੱਭ ਜਾਣਗੇ। ਬਿਲਕੁਲ, ਸਵਾਲ ਤਾਂ ਇਹੋ ਹੀ ਹੈ ਨਾ, ਜਦੋਂ ਆਪਾਂ ਗਿਣਤੀ ਪੂਰੀ ਕਰਨੀ ਹੈ, ਗਿਣਤੀ ਪੂਰੀ ਕਰਨ ਵਾਸਤੇ ਬੇਸ਼ੱਕ ਡਮੀ ਕੈਂਡੀਡੇਟ ਪੂਰੇ ਖੜੇ ਕਰ ਦੋ, ਆਪਣੇ ਆਪ ਨੂੰ ਉਹਨਾਂ ਨੇ ਇਹ ਚੀਜ਼ ਨੂੰ ਦਰਸਾਉਣ ਦਾ ਯਤਨ ਤੇ ਕਰਦਾ ਨਾ ਕਿ ਆਪਾਂ ਉਸ ਚੀਜ਼ ਦੇ ਵਿੱਚ ਹੈਗੇ ਆ, ਕਿ ਅਸੀਂ ਤੁਹਾਨੂੰ ਟੱਕਰ ਦੇਣ ਦੇ ਸਮਰੱਥ ਹਾਂ। ਤਾਂ ਜੇਕਰ ਟੱਕਰ ਦੇਣ ਦੇ ਸਮਰੱਥ ਹਾਂ, ਬੇਸ਼ੱਕ ਬੜੀ ਵਧੀਆ ਗੱਲ ਆ ਕਿ ਉਹਨਾਂ ਕੋਲ ਉਹ ਕੈਂਡੀਡੇਟ ਤਾਂ ਹੁਣ ਨਹੀਂ ਲੱਭਣੇ ਜਿਹੜੇ ਇੱਕ ਹੈਵੀ ਕੈਂਡੀਡੇਟ ਨੇ ਜਾਂ ਵਜਨਦਾਰ ਕੈਂਡੀਡੇਟ ਨੇ। ਜਿਸ ਤਰੀਕੇ ਨਾਲ ਮੰਨ ਲਓ ਅਨਿਲ ਜੋਸ਼ੀ ਸੀ ਅੰਮ੍ਰਿਤਸਰ ਤੋਂ, ਉਹਨੇ ਜੇਕਰ ਕਿਸਾਨ ਅੰਦੋਲਨ ਦੀ ਗੱਲ ਕੀਤੀ, ਉਹਨੂੰ ਬਾਹਰ ਦਾ ਰਸਤਾ ਵਿਖਾਤਾ। ਹੁਣ ਜੇਕਰ ਉਹਦੀ ਥਾਂ ਤੇ ਕੋਈ ਨਵਾਂ ਲੀਡਰ ਆਉਂਦਾ ਤਾਂ ਉਹ ਅਨਿਲ ਜੋਸ਼ੀ ਜਿਹੜਾ ਪ੍ਰਭਾਵਸ਼ਾਲੀ ਥੋੜਾ ਹੋ ਸਕਦਾ। ਜਾਂ ਜੇਕਰ ਤੁਸੀਂ ਜਲੰਧਰ ਦੀ ਗੱਲ ਕਰ ਲਓ, ਹੋਰ ਕਿਸੇ ਬਠਿੰਡਾ ਦੀ ਗੱਲ ਕਰ ਲਓ, ਤਾਂ ਜੇਕਰ ਪੁਰਾਣੇ ਲੀਡਰ ਨਹੀਂ ਆਉਂਦੇ, ਪੁਰਾਣੇ ਲੀਡਰ ਨੂੰ ਜਿਸ ਤਰੀਕੇ ਨਾਲ ਸਾਈਡਲਾਈਨ ਕਰ ਦਿੱਤਾ ਜਾਵੇ, ਤਾਂ ਨਵੇਂ ਲੀਡਰਾਂ ਦਾ ਇੰਨਾ ਜਨਤਕ ਆਧਾਰ ਨਹੀਂ ਹੈਗਾ ਕਿ ਉਹ ਹੈਵੀ ਇੱਕ ਉਮੀਦਵਾਰ ਵਜੋਂ ਆਣ ਕੇ ਭਾਰਤੀ ਜਨਤਾ ਪਾਰਟੀ ਦੇ ਭਵਿੱਖ ਨੂੰ ਸਵਾਰ ਸਕਦਾ। ਹਾਂ, ਟਿਕਟਾਂ ਦੇਣੀਆਂ ਨੇ, ਟਿਕਟਾਂ ਤਾਂ ਹਰ ਬੰਦੇ ਨੇ ਲੈਣੀਆਂ। ਇੱਕ ਵਾਰੀ ਬੇਸ਼ੱਕ ਕੋਈ ਜਿੱਤੇ ਬੇਸ਼ੱਕ ਕੋਈ ਹਰੇ, ਆਫਟਰ ਉਹਨਾਂ ਦਾ RSS ਦਾ ਕਾਡਰ ਆ ਕਿ ਉਹਨਾਂ ਦੇ BJP ਦੇ ਬੰਦੇ ਨੇ, ਕੰਮ ਕਰਦੇ ਪਏ ਨੇ, ਮੰਡਲ ਪ੍ਰਧਾਨ ਨੇ, ਦੂਜੇ ਪ੍ਰਧਾਨ ਨੇ, ਟਿਕਟਾਂ ਤਾਂ ਉਹ ਦੇਣਗੇ। ਇਹ ਗੱਲ 117 ਦੀ 117 ਸੀਟਾਂ ਤੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਖੜੇ ਕਰੇਗੀ, ਜ਼ਰੂਰ ਕਰੇਗੀ। ਉਹਨਾਂ ਨੂੰ ਪਤਾ ਕਿ ਜਿੱਤ ਤਾਂ ਇਹਨਾਂ ਨੇ ਜਿੱਤਣਾ ਨਹੀਂ, ਪਰ ਜੇਕਰ ਉਹ ਆਪਣੇ ਉਮੀਦਵਾਰ ਹੀ ਖੜੇ ਨਹੀਂ ਕਰਦੇ ਤਾਂ ਸਿੱਧੂ ਸਾਹਿਬ ਫਿਰ ਤਾਂ ਉਹ ਇੱਕ ਕਿਸਮ ਤੋਂ ਜੰਗ ਜਿਹੜੀ ਲੜਨ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲੈਣਗੇ। ਤਾਂ ਇਸ ਗੱਲ ਨੂੰ ਤਾਂ ਕਦੇ ਵੀ ਜਿਹੜੀ ਭਾਜਪਾ ਦੀ ਹਾਈਕਮਾਂਡ ਉਹ ਕਦੇ ਵੀ ਸਰਕਾਰ ਜਿਹੜੀ ਉਹ ਨਹੀਂ ਕਰੂਗੀ। ਬੇਸ਼ੱਕ ਇੱਕ ਵੀ ਸੀਟ ਨਾ ਆਵੇ, ਜੋ ਅਸਲ 'ਚ ਸੱਚ ਹੈਗਾ 2 ਜਾਂ 3 ਸੀਟ ਬਦਲਣ ਦੀ ਗੱਲ ਇਹ ਹੈ ਕਿ ਜੇਕਰ ਆਖਰ ਦੇ ਵਿੱਚ ਭਾਜਪਾ ਦਾ ਇਹ ਨਿਚੋੜ ਕੱਢਣਾ ਹੋਵੇ, ਠੀਕ ਹੈ ਵੀ ਚੋਣਾਂ ਵੀ ਲੜ ਸਕਦੀ ਆ, ਉਮੀਦਵਾਰ ਵੀ ਖੜੇ ਕਰ ਸਕਦੀ ਆ, ਪਰ ਜਿਹੜੇ ਕੋਈ ਬਹੁਤਾ ਸੀਟਾਂ ਦਾ ਜਿਹੜਾ ਡਬਲ ਅੰਕੜਾ ਵੀ ਜੇ ਆਪਾਂ ਕਹਿ ਦਈਏ ਤਾਂ ਉਹ ਸ਼ਾਇਦ ਉੱਥੋਂ ਤੱਕ ਨਹੀਂ ਪਹੁੰਚ ਸਕੇਗੀ। ਤਾਂ ਸਰਕਾਰ ਤਾਂ ਬਣਾਉਣ ਦੀ ਦੂਰ ਦੀ ਗੱਲ, ਕੰਟੈਸਟ ਦੇ ਵਿੱਚ ਜ਼ਰੂਰ ਉਤਰੇਗੀ, ਇਹ ਗੱਲ ਕਹਿ ਸਕਦੇ ਆਪਾਂ। ਹਾਂ, ਬਿਲਕੁਲ ਸਰਕਾਰ ਬਣਾਉਣ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ। ਸਰਕਾਰ ਬਣਾਉਣ ਦੀ, ਇੱਥੇ ਅਸੀਂ ਸਰਕਾਰ ਬਣਾਉਣ ਦੀ ਨਹੀਂ ਗੱਲ ਕਰ ਰਹੇ, ਅਸੀਂ ਗੱਲ ਕਰ ਰਹੇ ਕਿ ਮੌਜੂਦਾ ਸਥਿਤੀ ਆ, ਆਪਾਂ ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਜੋ ਮੌਜੂਦਾ ਸਥਿਤੀ ਆ ਇਸ ਵਕਤ ਪਾਰਟੀਆਂ ਦੀ, ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਤੇ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਇਸ ਸਥਿਤੀ ਦੇ ਵਿੱਚੋਂ ਇੰਨਾ ਸਮਾਂ ਨਹੀਂ ਰਹਿ ਗਿਆ ਕਿ ਇਹ ਸਥਿਤੀ ਦੇ ਵਿੱਚੋਂ ਭਾਜਪਾ ਜਿਹੜੀ ਉੱਭਰ ਸਕੇ ਚੋਣਾਂ ਤੱਕ। ਬਿਲਕੁਲ ਜੀ, ਇਹ ਤਾਂ ਸਥਿਤੀ ਬਿਲਕੁਲ ਕਲੀਅਰ ਹੈ ਕਿ ਕਿਉਂਕਿ ਟਾਈਮ ਬੜਾ ਥੋੜਾ ਰਹਿ ਗਿਆ। ਬਾਕੀ ਇੱਕ ਹਥਿਆਰ ਉਹਨਾਂ ਕੋਲ ਬ੍ਰਹਮਅਸਤਰ ਜਿਹੜਾ ਉਹਨਾਂ ਦੇ ਤਰਕਸ਼ ਦੇ ਵਿੱਚ ਹੈਗਾ, ਉਹ ਬ੍ਰਹਮਅਸਤਰ ਇਹੋ ਹੀ ਹੈ ਕਿਤੇ ਏਦਾਂ ਨਾ ਹੋਵੇ ਕਿ ਇਲੈਕਸ਼ਨ ਦੇ ਲਾਗੇ ਜਾ ਕੇ ਕਿਸਾਨੀ ਮੰਗਾਂ ਉਹ ਮੰਨ ਲੈਣ ਤੇ ਜਿਹੜੀ ਚੱਲਦੀ ਪੂਰੀ ਸਥਿਤੀ ਆ ਉਹਨੂੰ ਪਲਟ ਕੇ ਰੱਖ ਦੇਣ। ਇਸ ਤਰ੍ਹਾਂ ਦਾ ਬ੍ਰਹਮਅਸਤਰ ਵੀ ਉਹਨਾਂ ਕੋਲ ਚਲਾਇਆ ਜਾ ਸਕਦਾ। ਉਹ ਵੀ ਲੋਕਾਂ ਦੇ ਮੈਨੂੰ ਲੱਗਦਾ ਕਿ ਹੁਣ ਥੋੜੇ ਬਹੁਤ ਲੋਕ ਸਿਆਣੇ ਹੋ ਗਏ, ਹੁਣ ਤਾਂ ਸ਼ਾਇਦ BJP ਸੋਨੇ ਦੀ ਵੀ ਬਣ ਜੇ ਪੰਜਾਬ ਦੇ ਲੋਕੀ, ਤਾਂ ਵੀ ਉਹਨਾਂ ਦੇ ਜਿਹੜੇ ਮਗਰ ਲੱਗਣ ਨੂੰ ਤਿਆਰ ਨਹੀਂ ਹੋਣਗੇ। ਅਣਖੀ ਸਾਹਿਬ, ਇਹ ਤਾਂ ਚਲੋ ਗੱਲ ਠੀਕ ਹੈ। ਮੈਂ ਚਾਹੁੰਦਾ ਕਿ ਇਸ ਤੇ ਆਪਾਂ ਗੱਲ ਸਮਾਪਤ ਕਰਕੇ ਅਗਲੀ ਤੇ ਸ਼ੁਰੂ ਕਰੀਏ, ਜਾਂ ਕੋਈ ਗੱਲਬਾਤ ਥੋੜੀ ਰਹਿੰਦੀ ਹੈ ਜੀ ਤੁਹਾਡੀ? ਨਹੀਂ, ਹਾਂ, ਦੂਸਰੀ ਗੱਲ ਇਹਦੇ ਅਸ਼ਵਨੀ ਸ਼ਰਮਾ ਦੀ ਅਸੀਂ ਗੱਲ ਵੀ ਕਰਦੀ ਕਿ ਅਸ਼ਵਨੀ ਸ਼ਰਮਾ ਬੇਸ਼ੱਕ ਇੱਕ ਅਸੀਂ ਕਹਿ ਸਕਦੇ ਕਿ ਨੇਤਾ ਬੜੇ ਵਧੀਆ ਨੇ, ਬੜੇ ਸੰਗਠਨ ਦੇ ਨੇਤਾ ਨੇ, RSS ਦੇ ਵਿੱਚ ਬੜਾ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ ਔਰ ਭਾਰਤੀ ਯੁਵਾ ਮੋਰਚਾ ਜਿਹੜਾ ਹੈ ਉਹਦੇ ਪ੍ਰਧਾਨ ਰਹੇ ਨੇ ਔਰ MLA ਵੀ ਰਹੇ ਨੇ ਪਠਾਨਕੋਟ ਤੋਂ। ਉਹਨਾਂ ਦਾ ਜਥੇਬੰਦਕ ਜਿਹੜਾ ਇੱਕ ਆਪਾਂ ਕਹਿ ਸਕਦੇ ਸੰਗਠਨ ਦੇ ਰੂਪ ਤੇ ਉਹਨਾਂ ਦਾ ਇੱਕ ਪ੍ਰਭਾਵ ਹੈਗਾ, ਪਰ ਪਾਰਟੀ ਦੇ ਵਿੱਚ ਉਹਨਾਂ ਦੀ ਜਿਹੜੀ ਵਿਰੋਧਤਾ ਜਿਹੜੀ ਉਹ ਬੜੀ ਆ। ਇਸ ਕਰਕੇ ਅਨਿਲ ਜੋਸ਼ੀ ਵਰਗੇ ਬੰਦਿਆਂ ਨੂੰ ਜਿਹੜਾ ਸਾਈਡਲਾਈਨ ਕਰ ਦਿੱਤਾ ਗਿਆ। ਤਾਂ ਇਹੋ ਮਾਸਟਰ ਮੋਹਨ ਲਾਲ ਹੋਣੀ ਬੜੇ ਸੀਨੀਅਰ ਲੀਡਰ ਨੇ ਜਿਹੜੇ ਪਠਾਨਕੋਟ ਦੇ ਵਿੱਚ ਬੈਠੇ ਨੇ, ਤਾਂ ਪਠਾਨਕੋਟ ਦੇ ਇਹ ਨੇ, ਤਾਂ ਇਹੋ ਜਿਹਾ ਜਿਹੜਾ ਵਿਰੋਧ ਆ ਇਹ ਵੀ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜਿਹੜਾ ਬੜੇ ਵੱਡੇ ਪੱਧਰ ਤੇ ਜਿਹੜਾ ਬੈਠੇਗਾ। ਜਿਸ ਤਰ੍ਹਾਂ KC ਭੰਡਾਰੀ ਜਲੰਧਰ ਤੋਂ ਨੇ, ਜਿਹੜੇ ਕਿਸਾਨਾਂ ਦੀ ਗੱਲ ਕਰਦੇ ਨੇ, ਤੇ ਜਦੋਂ ਉਹ ਗੱਲ ਕਰਦੇ ਨੇ ਤਾਂ ਉਹ ਜਿਹੜਾ ਅਸ਼ਵਨੀ ਸ਼ਰਮੇ ਨਾਲ ਉਹਨਾਂ ਦਾ ਜਿਹੜਾ ਵਿਰੋਧ ਆ ਉਹ ਵੱਧਦਾ ਹੈਗਾ। ਤਾਂ ਅਸ਼ਵਨੀ ਸ਼ਰਮੇ ਦੀ ਜਿਹੜੀ ਪਾਰਟੀ ਪੱਧਰ ਤੇ ਜਿਹੜੀ ਵਿਰੋਧ ਆ
ਇਹ ਵੀ ਪਾਰਟੀ ਨੂੰ ਵੱਡੇ ਪੱਧਰ ਤੇ ਖਮਿਆਜਾ ਜਿਹੜਾ ਭੁਗਤਣਾ ਪਏਗਾ ਜੀ। ਸੁਖਿੰਦਰ ਜੀ, ਆਪਣੀ ਪਾਰਟੀ ਦੇ ਅੰਦਰ ਪ੍ਰਧਾਨ ਦਾ ਜਿਹੜਾ ਵਿਰੋਧ ਬੜੇ ਵੱਡੇ ਪੱਧਰ ਤੇ ਆ। ਜੇਕਰ ਅਗਲੀ ਗੱਲ ਕਰੀਏ ਪਾਰਟੀ ਦੀ, ਸੁਖਦੇਵ ਸਿੰਘ ਢੀਂਡਸਾ ਹੋਰੀ ਬੜੇ ਸੀਨੀਅਰ ਲੀਡਰ ਮੰਨੇ ਜਾਂਦੇ ਆ, ਰਾਜ ਸਭਾ ਦੇ ਮੈਂਬਰ ਵੀ ਨੇ ਤੇ ਅਕਾਲੀ ਦਲ ਦੇ ਵਿੱਚੋਂ ਬਾਹਰ ਆਏ ਨੇ। ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀ ਰਹੇ ਆ, ਸਿਆਸਤ ਦੇ ਵਿੱਚ ਵੱਡਾ ਨਾਮ ਆ, ਪੰਜਾਬ ਦੀ ਨਹੀਂ ਭਾਰਤ ਦੀ ਸਿਆਸਤ ਦੇ ਵਿੱਚ ਵੀ ਵੱਡਾ ਨਾਮ ਆ। ਨਾਲ ਉਹਨਾਂ ਦੇ ਜਿਹੜੇ ਬ੍ਰਹਮਪੁਰਾ ਨੇ, ਹੋਰ ਵੀ ਬਹੁਤ ਸਾਰੇ ਤਮਾਮ ਲੀਡਰ ਨੇ, ਵੀਰ ਦਵਿੰਦਰ ਸਿੰਘ ਨੇ ਤੇ ਜਿਹੜੇ ਕਈ ਤਰ੍ਹਾਂ ਦੇ ਹੋਰ ਵੀ ਲੀਡਰ ਉਹਨਾਂ ਦੇ ਨਾਲ ਵੱਡੇ ਸ਼ਾਮਿਲ ਨੇ, ਜਿਨ੍ਹਾਂ ਦਾ ਲੰਬਾ ਤਜਰਬਾ ਹੈਗਾ ਸਿਆਸਤ ਦੇ ਵਿੱਚ। ਕਿਵੇਂ ਦੇਖਦੇ ਹੋ ਕਿ ਇਹ ਪਾਰਟੀ ਆ ਜਿਹੜੀ, ਇਹ ਪਾਰਟੀ ਕੋਈ ਰੰਗਤ ਦਿਖਾ ਪਾਊਗੀ? ਸੁਖਦੇਵ ਸਿੰਘ ਢੀਂਡਸਾ ਦੀ ਜਿਹੜੀ ਪ੍ਰਧਾਨਗੀ ਆ, ਬੇਸ਼ੱਕ ਉਹ ਕਹਿੰਦੇ ਰਹੇ ਹੋਣ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਸਹੀ ਨਹੀਂ ਰਹੀ, ਉਹਨਾਂ ਨੇ ਪਾਰਟੀ ਡਬੋਤੀ ਹੈ, ਕਿ ਸੁਖਦੇਵ ਸਿੰਘ ਢੀਂਡਸਾ ਹੁਣ ਖੁਦ ਪ੍ਰਧਾਨ ਬਣ ਗਏ ਨੇ। ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਵੀ ਹੈ, ਪੁਰਾਣੇ ਸਾਥੀ ਵੀ ਨੇ, ਬਹੁਤ ਸਾਰੇ ਪੁਰਾਣੇ ਲੀਡਰ ਜਿਹੜੇ ਸ਼ੁਰੂ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਸੀ, ਉਹ ਤਾਂ ਹੁਣ ਉਹਨਾਂ ਦੇ ਨਾਲ ਆ ਗਏ ਨੇ। ਕਿਵੇਂ ਦੇਖਦੇ ਹੋ ਇਹ ਪਾਰਟੀ ਕੁਝ ਨਾ ਕੁਝ ਰੰਗ ਦਿਖਾ ਸਕਦੀ ਹੈ? ਸੁਖਦੇਵ ਸਿੰਘ ਢੀਂਡਸਾ ਕੁਝ ਨਾ ਕੁਝ ਰੰਗ ਦਿਖਾ ਸਕਦੇ ਨੇ? ਦੇਖੋ ਸਿੱਧੂ ਸਾਹਿਬ, ਜਦੋਂ ਤੁਸੀਂ ਸੁਖਦੇਵ ਸਿੰਘ ਢੀਂਡਸੇ ਵੱਲੋਂ ਗੱਲ ਕਰ ਰਹੇ ਸੀ, ਤੁਸੀਂ ਇੱਕ ਸ਼ਬਦ ਵਰਤਿਆ ਕਿ ਬੜੇ ਵੱਡੇ ਸਿਆਸਤਦਾਨ, ਬੜਾ ਨਾਮ ਜਿਹੜਾ ਇੱਕ ਅਸਲ 'ਚ ਸੁਖਦੇਵ ਸਿੰਘ ਢੀਂਡਸਾ ਵਰਗਿਆਂ ਨੂੰ ਇਹੋ ਹੀ ਚੀਜ਼ ਜਿਹੜੀ ਨਾ ਲੈ ਕੇ ਬਹਿ ਗਈ ਕਿ ਇੱਕ ਨਾ ਪਦਮ ਭੂਸ਼ਣ ਮਿਲ ਗਿਆ, ਇੱਕ ਇਹ ਚੀਜ਼ ਲੈ ਕੇ ਬਹਿ ਗਈ ਕਿ ਬੜੇ ਘਾਕ ਸਿਆਸਤਦਾਨ, ਜਿਸ ਤਰ੍ਹਾਂ ਵੀਰ ਦਵਿੰਦਰ ਸਿੰਘ ਵਾਸਤੇ ਵਰਤਿਆ ਜਾਂਦਾ ਰਿਹਾ ਕਿ ਬੜਾ ਘਾਕ ਸਿਆਸਤਦਾਨ ਆ। ਅੱਜ ਜਦੋਂ ਫਿਰ ਉਹ ਘਾਕ ਜਾਂ ਸਿਆਣੇ ਲਾਓ, ਫਿਰ ਸਿਆਸਤਦਾਨ ਨਹੀਂ ਰਹਿ ਜਾਂਦੇ। ਤਾਂ ਸੁਖਦੇਵ ਸਿੰਘ ਢੀਂਡਸੇ ਦੀ ਜਦੋਂ ਤੁਸੀਂ ਗੱਲ ਕਰਦੇ ਜੇ, ਠੀਕ ਹੈ, ਬੜੀ ਵਧੀਆ, ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਨੇ, ਇਹ ਹੈ ਉਹ ਹੈ, ਪਰ ਅੱਜ ਦੀ ਜਿਹੜੀ ਸਥਿਤੀ ਆ, ਅੱਜ ਦੀ ਸਥਿਤੀ ਸਿੱਧੂ ਸਾਹਿਬ ਇਹ ਆ ਕਿ ਇਹ ਕੇਵਲ ਦੋ ਲੀਡਰ ਨੇ। ਇੱਕ ਪਾਸੇ ਬ੍ਰਹਮਪੁਰਾ ਸਾਹਿਬ ਨੇ, ਰਣਜੀਤ ਸਿੰਘ ਬ੍ਰਹਮਪੁਰਾ, ਤੇ ਦੂਜੇ ਪਾਸੇ ਆਪਣੇ ਇਹ ਲੀਡਰ ਸੁਖਦੇਵ ਸਿੰਘ ਢੀਂਡਸਾ, ਤੀਜਾ ਸੇਵਾ ਸਿੰਘ ਸੇਖਵਾਂ, ਉਧਰ ਡਾਕਟਰ ਰਤਨ ਸਿੰਘ ਅਜਨਾਲਾ। ਇਹ 5-6 ਲੀਡਰ ਨੇ ਤੇ 5-6 ਲੀਡਰ ਇਸ ਤਰੀਕੇ ਨਾਲ ਸੋਚਦੇ ਨੇ ਕਿ ਪਤਾ ਨਹੀਂ ਅਸੀਂ ਇੱਕ ਸੰਯੁਕਤ ਅਕਾਲੀ ਦਲ ਬਣਾ ਕੇ ਅਕਾਲੀ ਦਲ ਨੂੰ ਢਾਹ ਲਾ ਦੇਣੀ ਹੈ ਜਾਂ ਕੀ ਪਰਿਵਰਤਨ ਕਰ ਦੇਣਾ। ਹਾਲਾਂਕਿ ਇੱਕ ਪੈਂਤੜਾ ਇਹਨਾਂ ਦੇ ਵੱਲੋਂ ਵਧੀਆ ਖੇਡਿਆ ਗਿਆ ਸੀਗਾ, ਇਹਨਾਂ ਦੇ ਵੱਲੋਂ ਬੜੇ ਵਧੀਆ ਫੈਸਲਾ ਜੇਕਰ ਆਪਾਂ ਦੇਖੀਏ ਨਜ਼ਰੀਏ ਦੇ ਨਾਲ ਤਾਂ ਵਧੀਆ ਸੀਗਾ ਕਿ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰਨ ਨੂੰ ਤਿਆਰ ਹਾਂ, ਕਿਉਂਕਿ ਅਸੀਂ ਕਾਂਗਰਸ ਦੇ ਨਾਲ ਤੇ ਅਕਾਲੀ ਦਲ ਦੇ ਨਾਲ ਤੇ ਭਾਜਪਾ ਦੇ ਨਾਲ ਤਾਂ ਨਹੀਂ ਕਰ ਸਕਦੇ। ਅਸੀਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਨੂੰ ਜ਼ਰੂਰ ਤਿਆਰ ਹਾਂ, ਅਸੀਂ ਕੋਈ ਟਿਕਟ ਦੀ ਮੰਗ ਵੀ ਨਹੀਂ ਕਰਦੇ, ਅਸੀਂ ਕੋਈ ਮੰਤਰੀਸ਼ਿਪ ਦੀ ਵੀ ਨਹੀਂ ਮੰਗ ਕਰਦੇ, ਚਲੋ ਗਠਜੋੜ ਕਰਕੇ ਅਸੀਂ ਜ਼ਰੂਰ ਕਰਾਂਗੇ। ਪਰ ਆਮ ਆਦਮੀ ਪਾਰਟੀ ਅੜ ਗਈ, ਉਹ ਕਹਿੰਦੇ ਕਿ ਅਸੀਂ ਗਠਜੋੜ ਨਹੀਂ ਕਰਨਾ, ਰਲੇਵਾਂ ਕਰੋ। ਉਹ ਕਹਿੰਦੇ ਭਾਈ ਅਸੀਂ ਰਲੇਵਾਂ ਨਹੀਂ ਕਰ ਸਕਦੇ। ਹਾਲਾਂਕਿ ਜਿਸ ਤਰੀਕੇ ਨਾਲ ਝੁਕਾਅ ਦੇ ਨਾਲ, ਬੜੇ ਉਹਨਾਂ ਨੇ ਹਲੀਮੀ ਦੇ ਨਾਲ ਇਹ ਗੱਲ ਕਹੀ ਸੀ ਕਿ ਸਾਡੀ ਕੋਈ ਸ਼ਰਤ ਨਹੀਂ, ਅਸੀਂ ਗਠਜੋੜ ਕਰਨ ਨੂੰ ਤਿਆਰ ਹਾਂ, ਰਲ ਕੇ ਚੋਣਾਂ ਲੜੀਏ। ਇਹ ਕੋਈ ਇੱਕ ਵਧੀਆ ਫੈਸਲਾ ਨਹੀਂ ਕਿਹਾ ਜਾ ਸਕਦਾ ਸੁਖਦੇਵ ਸਿੰਘ ਢੀਂਡਸਾ ਦਾ? ਸੁਖਵਿੰਦਰ ਜੀ, ਇਹ ਵਧੀਆ ਫੈਸਲਾ, ਇਹ ਸਮੇਂ ਦੀ ਲੋੜ ਆ। ਇਹ ਵਧੀਆ ਫੈਸਲਾ ਨਹੀਂ, ਇਹ ਸਮੇਂ ਦੀ ਲੋੜ ਆ, ਕਿਉਂਕਿ ਇਹ ਸਮੇਂ ਦੀ ਲੋੜ ਦੇ ਮੁਤਾਬਕ ਆਪਣੇ ਲਈ ਤੇ ਆਪਣੀ ਪਾਰਟੀ ਦੇ ਲਈ ਇੱਕ ਫੈਸਲਾ ਲੈਣਾ ਠੀਕ ਸੀ। ਨਹੀਂ ਤਾਂ ਤੁਹਾਨੂੰ ਪਤਾ ਇੱਥੇ ਛੋਟੀ ਮੋਟੀ ਪਾਰਟੀ ਪਹਿਲਾਂ ਹੀ ਸੀਟਾਂ ਮੰਗ ਕੇ ਬਹਿ ਜਾਂਦੀ ਆ। ਬੀਜੇਪੀ ਦਾ ਤੁਸੀਂ ਹਾਲ ਦੇਖਿਆ, ਸਥਿਤੀ ਦੇਖ ਲਓ, ਐਮਸੀ ਚੋਣਾਂ ਵਾਲੀ ਵੀ ਨਹੀਂ ਤੇ ਕਹਿੰਦੇ ਅਸੀਂ ਸਰਕਾਰ ਬਣਾਉਣੀ ਆ 2022 ਦੇ ਵਿੱਚ। ਹੁਣ ਵੱਡੇ ਦਾਅਵੇ ਕਰਨ ਦੇ ਨਾਲ ਸਰਕਾਰ ਤਾਂ ਨਹੀਂ ਬਣਦੀ, ਪਰ ਉਹਨਾਂ ਨੇ ਅਸਲੀਅਤ ਦੇ ਮੁਤਾਬਕ, ਆਪਣੀ ਪੋਜੀਸ਼ਨ ਦੇ ਮੁਤਾਬਕ ਜਿਹੜੀ ਸ਼ਰਤ ਉਹਨਾਂ ਨੇ ਰੱਖੀ, ਠੀਕ ਆ ਭਾਈ ਅਸੀਂ ਕੋਈ ਸ਼ਰਤ ਨਹੀਂ ਰੱਖਦੇ, ਅਸੀਂ ਤੁਹਾਡੇ ਨਾਲ ਚੋਣ ਲੜਨ ਨੂੰ ਤਿਆਰ ਆ। ਨਹੀਂ ਸਿੱਧੂ ਸਾਹਿਬ, ਬਿਲਕੁਲ, ਚਲੋ ਉਹਨਾਂ ਨੇ ਆਪਣੀ ਅਸਲੀਅਤ ਨਾਲ ਰੱਖ ਦਿੱਤੀ, ਕਿਉਂਕਿ ਅਸਲ ਪੋਜੀਸ਼ਨ ਸਿੱਧੂ ਸੁਖਵਿੰਦਰ ਜੀ ਸੰਯੁਕਤ ਅਕਾਲੀ ਦਲ ਦੀ ਕੀ ਹੈ, ਇਹ ਪੰਜਾਬ ਦੇ ਲੋਕ ਵੀ ਜਾਣਦੇ ਤੇ ਉਹ ਵੀ ਜਾਣਦੇ ਨੇ। ਇਹਨਾਂ ਨੇ ਜਦੋਂ ਆਪਾਂ ਨੂੰ ਕੋਈ ਨਾ ਕੋਈ ਆਸਰਾ ਤਾਂ ਚਾਹੀਦਾ। ਆਮ ਆਦਮੀ ਪਾਰਟੀ ਦਾ ਆਧਾਰ ਜਿਹੜਾ ਆ ਸੁਖਵਿੰਦਰ ਜੀ, ਇਸ ਪਾਰਟੀ ਤੋਂ, ਢੀਂਡਸੇ ਦੀ ਪਾਰਟੀ ਤੋਂ ਬਹੁਤ ਜ਼ਿਆਦਾ ਉੱਚਾ, ਤੇ ਅਜੇ ਉਹਨੂੰ ਫਿਰ ਵੀ 5 ਜਾਂ 7 ਸਾਲ ਉਹਨੂੰ ਹੋ ਚੱਲੇ ਨੇ ਕੰਮ ਕਰਦੇ ਆਮ ਆਦਮੀ ਪਾਰਟੀ ਨੂੰ। ਤੇ ਦੂਜੇ ਪਾਸੇ ਢੀਂਡਸਾ ਗਰੁੱਪ ਦੀ ਜਿਹੜੀ ਆ, ਢੀਂਡਸੇ ਵੱਲੋਂ ਜਿਹੜੀ ਪਾਰਟੀ ਬਣਾਈ ਗਈ, ਉਹ ਤਾਂ ਅਜੇ ਹਾਲਾ ਅਜੇ ਪਾਰਟੀ ਵੀ ਨਹੀਂ ਬਣਦੀ, ਕਦੇ ਗੱਠ ਚੋਂ ਟੁੱਟ ਜਾਂਦਾ ਉਹਨਾਂ ਦਾ ਢੀਂਡਸਾ ਦੂਜੇ ਟਕਸਾਲੀਆਂ ਨਾਲ ਕਦੇ ਜੁੜ ਜਾਂਦਾ। ਤਾਂ ਉਹਨਾਂ ਦੀ ਮਜਬੂਰੀ ਆ। ਮੈਂ ਇਹਨੂੰ ਇੱਕ ਵਧੀਆ ਉਹਨਾਂ ਦਾ ਉਹਨਾਂ ਨੇ ਕੋਈ ਪਾਰਟੀ ਕਰ ਰਹੀ ਹੈ, ਸੰਯੁਕਤ ਅਕਾਲੀ ਦਲ ਉਹਨਾਂ ਦੇ ਵੱਲੋਂ ਕਰ ਲਿਆ ਗਿਆ। ਜੀ। ਤਾਂ ਇਹ ਉਹਨਾਂ ਦੀ ਮਜਬੂਰੀ ਆ ਕਿ ਪਤਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਹੋਂਦ ਨੂੰ ਕਾਇਮ ਰੱਖਣਾ। ਮੈਂ ਤੁਹਾਨੂੰ ਇਹ ਗੱਲ ਦੱਸ ਦਵਾਂ, ਕਿਉਂਕਿ ਇਹ ਜਿੰਨੇ ਕੁ ਲੀਡਰ ਇਸ ਵੇਲੇ 5-7 ਜਿਹੜੇ ਚਿਹਰੇ ਨੇ ਤੁਰੇ ਫਿਰਦੇ ਨੇ, ਇਹਨਾਂ ਚਿਹਰਿਆਂ ਨੂੰ ਮੈਂ ਬਹੁਤ ਬਖੂਬੀ ਨਿੱਜੀ ਪੱਧਰ ਤੇ ਵੀ ਜਾਣਦਾ ਤੇ ਇਹਨਾਂ ਦੇ ਰਾਜਨੀਤਿਕ ਜੀਵਨ ਦੇ ਨਾਲ ਮੈਂ ਬੜੇ ਲੰਮੇ ਸਮੇਂ ਤੋਂ ਜੁੜਿਆ। ਬ੍ਰਹਮਪੁਰੇ ਦਾ ਜਿਹੜਾ ਆਧਾਰ ਤਰਨਤਾਰਨ ਤੋਂ ਬਾਹਰ ਕਿਤੇ ਨਹੀਂ। ਸੇਵਾ ਸਿੰਘ ਸੇਖਵਾਂ ਹੋਣੀ ਇੱਕ ਚੱਲੇ ਕਾਰਤੂਸ ਨੇ, ਹੁਣ ਆਪਣੇ ਘਰ 'ਚ ਬੈਠੇ ਨੇ। ਕਦੇ ਉਹ ਕਹਿੰਦੇ ਹੁੰਦੇ ਸੀ ਮੈਂ ਕਿਚਨ ਕੈਬਨਿਟ ਦਾ ਮੈਂਬਰ ਆ। ਪ੍ਰਕਾਸ਼ ਸਿੰਘ ਬਾਦਲ ਹੋਣੀ ਮੇਰੇ ਤੋਂ ਪੁੱਛੇ ਬਿਨਾਂ ਚਾਹ ਨਹੀਂ ਪੀਂਦੇ। ਜਦੋਂ ਬਾਦਲ ਸਾਹਿਬ ਨੇ ਘਰ ਪਹੁੰਚਾਤਾ, ਉਹ ਘਰ ਬੈਠੇ ਨੇ ਪੂਰਨ ਤੌਰ ਤੇ। ਡਾਕਟਰ ਰਤਨ ਸਿੰਘ ਅਜਨਾਲਾ ਉਹ ਵੀ ਘਰ ਬੈਠਾ, ਬਾਹਰ ਕਦੇ ਉਹਨੂੰ ਪੁੱਛ ਗਿੱਛ ਨਹੀਂ। ਉਹਦੇ ਮੁੰਡੇ ਨੂੰ ਉਹਨਾਂ ਨੇ ਬੋਨੀ ਅਜਨਾਲਾ ਨੂੰ ਮਜੀਠੀਏ ਨੇ ਆਪਣੇ ਗੱਲ ਨਾਲ ਲਾ ਲਿਆ। ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰਦੇ ਜੇ, ਉਹਨਾਂ ਦਾ ਜਿਹੜਾ ਆਧਾਰ ਆ ਕੇਵਲ ਸੰਗਰੂਰ ਦੇ ਵਿੱਚ ਹੋ ਸਕਦਾ।
ਬਾਹਰ ਕਿਤੇ ਪੰਜਾਬ ਦੇ ਵਿੱਚ ਦੱਸੋ ਕਿ ਜਲੰਧਰ ਦੇ ਵਿੱਚ ਅਗਰ ਉਹਨਾਂ ਨੂੰ ਕੋਈ ਬੰਦਾ ਲੱਭਣਾ ਹੋਵੇ ਤਾਂ ਮੇਰਾ ਨਹੀਂ ਖਿਆਲ ਕਿ ਉਹ ਲੀਡਰ ਲੱਭਣ ਜਾਂ ਉਹਨਾਂ ਨੂੰ ਕੋਈ ਇਹੋ ਜਿਹਾ ਉਮੀਦਵਾਰ ਲੱਭ ਸਕੇ। ਤੁਸੀਂ ਗੱਲ ਬੀਰ ਦਵਿੰਦਰ ਸਿੰਘ ਦੀ ਕੀਤੀ, ਬੀਰ ਦਵਿੰਦਰ ਸਿੰਘ ਛੱਤੀਆਂ ਪੱਥਰਾਂ ਦਾ ਤਾਰੂ ਸਾਰੇ ਪਾਸੇ ਘੁੰਮ ਘਮਾ ਕੇ ਇਹਦੇ ਵਿੱਚ ਆ ਗਿਆ। ਤਾਂ ਕਹਿਣ ਦਾ ਅਰਥ ਆ ਕਿ ਜੇਕਰ ਸੁਖਵਿੰਦਰ ਜੀ ਉਹਨਾਂ ਨੇ ਇਹ ਗੱਲ ਕੀਤੀ ਕਿ ਹਾਂ ਭਈ ਅਸੀਂ ਤੁਹਾਡੇ ਨਾਲ ਵੈਸੇ ਹੀ ਲੜੂ ਤਾਰਾ ਕੋਈ ਮੰਤਰੀ ਪਦ ਨਹੀਂ ਕਰਦੇ, ਕੱਖ ਨਹੀਂ ਕਰਦੇ, ਇਹਨਾਂ ਨੇ ਮਜਬੂਰੀ 'ਚ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਜੇਕਰ ਉਹਨਾਂ ਨੂੰ ਉਹਨਾਂ ਨਾਲ ਗੱਠਜੋੜ ਕਰਦੀ ਹੈ ਤਾਂ ਠੀਕ ਆ, ਫਿਰ ਇੱਕ ਦੋ ਸੀਟਾਂ ਜਿਹੜੀਆਂ ਨੇ ਉਹਨਾਂ ਨੂੰ ਦੇਣੀਆਂ ਪੈਂਦੀਆਂ ਜਾਂ ਨਾ ਵੀ ਦਿੰਦੇ ਤਾਂ ਇਹਨਾਂ ਨੇ ਇਹ ਕੱਲ ਨੂੰ ਦਾਅਵਾ ਕਰਨਾ ਕਿ ਸਾਡੇ ਸਹਿਯੋਗ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਆ। ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਆਮ ਆਦਮੀ ਮਤਲਬ ਜਿਹੜੀ ਤੁਸੀਂ ਗੱਲ ਕੀਤੀ ਸੁਖਦੇਵ ਸਿੰਘ ਢੀਂਡਸਾ ਜਿਹੜਾ ਇਹ ਧੜਾ ਆ, ਇਹ ਮੇਰਾ ਨਹੀਂ ਖਿਆਲ ਕਿ ਇਹਨਾਂ ਚੋਣਾਂ ਦੇ ਵਿੱਚ ਕੋਈ 4 ਸੀਟਾਂ ਵੀ ਇਹ ਇਕੱਤਰ ਕਰ ਸਕੇ। ਇਹ ਹੋ ਸਕਦਾ ਪਰਮਿੰਦਰ ਸਿੰਘ ਢੀਂਡਸਾ ਜਾਂ ਸੁਖਦੇਵ ਸਿੰਘ ਢੀਂਡਸਾ ਜਿਹੜੇ ਆਪਣੇ ਇਲਾਕੇ 'ਚ ਖਲੋਜਣ, ਇੱਕ ਆਪਾਂ ਆਪਣੀ ਸੀਟ ਲੈ ਲੈਣ। ਬਾਕੀ ਜੇਕਰ ਅਸੀਂ ਇਹ ਗੱਲ ਕਹੀਏ ਕਿ ਇਹ ਬੜਾ ਵੱਡਾ ਚਮਤਕਾਰ ਅਕਾਲੀ ਦਲ ਨੂੰ ਬਾਦਲ ਨੂੰ ਸੱਟ ਲਾ ਜਾਣਗੇ, ਉਹਨੂੰ ਨੁਕਸਾਨ ਪਹੁੰਚਾਉਣਗੇ, ਨਹੀਂ, ਮੈਂ ਇਹਦੇ ਨਾਲ ਪੂਰਨ ਤੌਰ ਤੇ ਸਹਿਮਤ ਜਿਹੜਾ ਉਹ ਨਹੀਂ ਹੈਗਾ ਜੀ। ਬਿਲਕੁਲ, ਤਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਵੀ ਪਾਰਟੀ ਭਾਜਪਾ ਦੀ ਤਰ੍ਹਾਂ ਠੀਕ ਆਪਣੀ ਹੋਂਦ ਜ਼ਰੂਰ ਮਹਿਸੂਸ ਕਰਾਏਗੀ, ਪਰ ਸੱਤਾ ਤੱਕ ਪਹੁੰਚਣਾ ਨਾਮੁਮਕਿਨ ਹੈ ਇਹਨਾਂ ਦੇ ਲਈ ਵੀ, ਇਹ ਤਾਂ ਸਾਫ਼ ਹੀ ਹੈ। ਨਹੀਂ ਸਿੱਧੂ ਸਾਹਿਬ, ਮੈਨੂੰ ਇਸ ਤਰ੍ਹਾਂ ਵੀ ਮਹਿਸੂਸ ਨਹੀਂ ਹੁੰਦਾ। ਵੈਸੇ ਇੱਕ ਗੱਲ ਤੁਸੀਂ ਫਿਰ ਮੈਨੂੰ ਯਾਦ ਕਰਾ ਦਿੱਤੀ ਹੈ, ਕਿਸੇ ਸਮੇਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਸੁਖਦੇਵ ਸਿੰਘ ਢੀਂਡਸੇ ਤੋਂ ਡੋਰੇ ਪਾਉਣ ਨੂੰ ਤਿਆਰ ਆ ਤੇ ਸ਼ਾਇਦ ਇਹਨੂੰ ਇਹੋ ਜਿਹਾ ਇੱਕ ਲੀਡਰ ਚਾਹੀਦਾ ਸੀ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਕਦਮ ਮੋਹਰਾ ਹੋ ਸਕਦਾ। ਤਾਂ ਇਹ ਵੀ ਇੱਕ ਵਾਰੀ ਗੱਲ ਚੱਲੀ ਸੀ ਕਿ ਇਹ ਸੁਖਦੇਵ ਸਿੰਘ ਢੀਂਡਸਾ ਹੁਣੀ ਬੀਜੇਪੀ 'ਚ ਜਾ ਸਕਦੇ ਆ ਜਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਚੱਲੀਆਂ ਸੀ। ਤਾਂ ਹਾਂ, ਜਿਹੜਾ ਹੁਣ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਕਿ ਇਹ ਸਭ ਨਹੀਂ ਸਿੱਧੂ ਸੁਖਵਿੰਦਰ ਜੀ, ਗੱਲ ਇਹ ਆ ਆਮ ਆਦਮੀ ਪਾਰਟੀ ਦੀ ਸੌਰੀ ਭਾਰਤੀ ਜਨਤਾ ਪਾਰਟੀ ਦੀ ਤੁਲਨਾ ਤੁਸੀਂ ਸੁਖਦੇਵ ਸਿੰਘ ਢੀਂਡਸੇ ਗਰੁੱਪ ਨਾਲ ਨਹੀਂ ਕਰ ਸਕਦੇ। ਉਹਦਾ ਫੇਰ ਵੀ ਇੱਕ ਜਨਤਕ ਆਧਾਰ ਆ ਭਾਰਤੀ ਜਨਤਾ ਪਾਰਟੀ ਦਾ, ਉਹਦਾ ਇੱਕ ਕਾਡਰ ਕੰਮ ਕਰਦਾ, ਉਹ ਆਪਣੀ ਸਥਿਤੀ ਜਿਹੜੀ ਆ ਉਹ ਇਹਨਾਂ ਨਾਲੋਂ ਜ਼ਿਆਦਾ ਮਜ਼ਬੂਤ ਆ ਉਹਨਾਂ ਦੀ ਸੰਯੁਕਤ ਅਕਾਲੀ ਦਲ ਨਾਲੋਂ। ਬੇਸ਼ੱਕ ਉਹ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਉਹ ਭਾਜਪਾ ਨਾਲ ਰਹੇ ਨੇ, ਪਰ ਇਸ ਸਭ ਦੇ ਬਾਵਜੂਦ ਭਾਜਪਾ ਦੀ ਸਥਿਤੀ ਸੰਯੁਕਤ ਅਕਾਲੀ ਦਲ ਨਾਲੋਂ ਬਹੁਤ ਸਟਰੋਂਗ ਆ, ਉਹ ਅਲੱਗ ਤਰ੍ਹਾਂ ਦੀ ਹੈ। ਤੇ ਜੇਕਰ ਇਹਨਾਂ ਦੀ ਸਥਿਤੀ ਇਕੱਲਿਆਂ ਦੀ ਗੱਲ ਕਰੇ, ਇਹ ਤਾਂ ਕੇਵਲ ਔਰ ਕੇਵਲ ਮੇਰਾ ਨਹੀਂ ਖਿਆਲ ਕਿ ਸੁਖਦੇਵ ਸਿੰਘ ਢੀਂਡਸਾ ਵੀ ਆਪਣੀ ਸੀਟ ਜਿੱਤ ਸਕਣ। ਜਿਸ ਤਰੀਕੇ ਨਾਲ ਇਹ ਆਮ ਆਦਮੀ ਪਾਰਟੀ ਨੇ ਉੱਥੇ ਆਪਣਾ ਪ੍ਰਚਾਰ ਕਰਨਾ ਔਰ ਭਗਵੰਤ ਮਾਨ ਨੇ ਕਿਸ ਤਰੀਕੇ ਨਾਲ ਖੜਕਾ ਕੇ ਇਹਨਾਂ ਨੂੰ ਦਿਨ ਰਾਤ ਚੇਤੇ ਕਰਾਤਾ ਸੀ ਦੋਵਾਂ ਪਿਓ ਪੁੱਤਾਂ ਨੂੰ, ਤਾਂ ਉਹ ਜਿਹੜੀ ਸਥਿਤੀ ਆ ਉਹ ਵੇਖਣ ਵਾਲੀ। ਇਹ ਪਾਰਟੀ ਜਿਹੜੀ ਮੈਨੂੰ ਇਸ ਤਰ੍ਹਾਂ ਲੱਗਦਾ ਮੇਰੀ ਜਿਹੜੀ ਅਪਰੋਚ ਹੈ ਸ਼ਾਇਦ ਗਲਤ ਵੀ ਹੋ ਸਕਦੀ ਹੈ, ਪਰ ਮੈਂ ਜੇਕਰ ਆਪਣੇ ਤਜਰਬੇ ਦੇ ਆਧਾਰ ਤੇ ਗੱਲ ਬਿਆਨ ਕਰਾਂ ਤਾਂ ਅਜਿਹੀ ਸਥਿਤੀ ਨਜ਼ਰ ਨਹੀਂ ਆਉਂਦੀ ਕਿ ਇਹ ਕੋਈ ਇੱਕ ਅਜਿਹਾ ਕੋਈ ਚਮਤਕਾਰ ਕਰੇਗੀ। ਇਹ ਹਾਰਡ ਦੀ 1 ਜਾਂ 2 ਸੀਟਾਂ ਤੱਕ ਹੀ ਸਿਮਟ ਕੇ ਰਹਿ ਜਾਏਗੀ ਜੀ। ਸੁਖਵਿੰਦਰ ਜੀ, ਹੁਣ ਦੱਸੋ ਗੱਲਬਾਤ ਆਪਾਂ ਕਿਹਦੇ ਬਾਰੇ ਕਰੀਏ? ਹੁਣ ਅਕਾਲੀ ਦਲ ਬਾਰੇ ਪਹਿਲਾਂ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਬਾਰੇ ਪਹਿਲਾਂ ਗੱਲ ਕਰੀਏ? ਨਹੀਂ, ਗੱਲ ਤਾਂ ਸੁਖਵਿੰਦਰ ਜੀ ਆਪਾਂ ਪ੍ਰਧਾਨਾਂ ਦੀ ਕਰਨੀ ਹੈ ਅੱਜ ਸਾਰੇ ਪ੍ਰਧਾਨ ਉਹੀ ਹੈ ਨਾ, ਪਾਰਟੀ ਪ੍ਰਧਾਨ ਜਿਹਦੇ ਬਾਰੇ ਗੱਲਬਾਤ ਕਰੀਏ, ਚਾਹੇ ਸੁਖਬੀਰ ਬਾਰੇ ਕਰੀਏ ਜਾਂ ਭਗਵੰਤ ਮਾਨ ਬਾਰੇ। ਤੇ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਮੈਂ ਤੁਹਾਨੂੰ ਪ੍ਰਧਾਨ ਕਹੀ ਜਾਵਾਂ, ਤੁਸੀਂ ਮੈਨੂੰ ਪ੍ਰਧਾਨ ਜੀ ਕਹੀ ਜਾਓ। ਗੱਲ ਤੇ ਪ੍ਰਧਾਨਾਂ ਦੀ ਕਰਨੀ, ਜਿਹੜੇ ਮਰਜ਼ੀ ਪ੍ਰਧਾਨ ਦੀ ਕਰ ਲਓ। ਨਹੀਂ ਚਲੋ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਲੈ ਲੈਂਦੇ ਹਾਂ। ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਹੈ, ਬੇਸ਼ੱਕ ਉਹਨਾਂ ਨੂੰ ਛੱਡ ਕੇ ਚਲੇ ਗਏ ਸੀਗੇ ਬਹੁਤ ਸਾਰੇ ਲੀਡਰ, ਉਦੋਂ ਬਾਅਦ 'ਚ ਉਹਨਾਂ ਨੇ ਕੋਈ ਖਿਸਕਣ ਨਹੀਂ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਠੀਕ ਹੈ ਹੁਣ ਟਿਕਟਾਂ ਦੀ ਵੀ ਅਨਾਊਂਸਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਂ ਉਹਨਾਂ ਬਾਰੇ ਰਣਨੀਤੀ ਇਹ ਮੰਨੀ ਜਾ ਰਹੀ ਹੈ ਕਿ ਉਹਨਾਂ ਨੇ ਸਿਰਫ 60 ਤੋਂ 65 ਸੀਟਾਂ ਦੇ ਉੱਪਰ ਜ਼ੋਰ ਲਾਉਣਾ ਹੈ। ਉਨੀਆਂ ਦੀਆਂ ਸੀਟਾਂ ਦੇ ਉੱਪਰ ਜ਼ੋਰ ਉਹਨਾਂ ਨੇ ਅਤੀ ਜ਼ੋਰ ਲਾਉਣਾ ਹੈ। ਬਾਕੀ ਵੀ ਲੜਨਗੇ, ਪਰ ਜ਼ੋਰ ਉਹਨਾਂ ਨੇ ਸਿਰਫ ਉਨੀਆਂ ਤੇ ਲਾਉਣਾ ਜਿੰਨੀ ਤੇ ਸਰਕਾਰ ਬਣਦੀ ਹੋਵੇ। ਕਿਵੇਂ ਦੇਖਦੇ ਹੋ, ਹੋਰ ਕੀ ਰਣਨੀਤੀ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੋ ਸਕਦੀ ਹੈ, ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੌਰ ਤੇ ਕਿਵੇਂ ਦੇਖਦੇ ਹੋ ਕਾਰਗੁਜ਼ਾਰੀ? ਦੇਖੋ, ਜੇ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਐ ਜੇ ਉਹਨਾਂ ਦੇ ਵਿਅਕਤੀਤਾ ਨੂੰ ਲੈ ਕੇ ਗੱਲ ਕਰਾਂ ਸੁਖਬੀਰ ਸਿੰਘ ਬਾਦਲ ਦੇ, ਤਾਂ ਜਿਸ ਤਰੀਕੇ ਨਾਲ ਉਹ ਚੱਲ ਰਹੀ ਸਭ ਤੋਂ ਅੱਗੇ ਜੀ ਸਭ ਤੋਂ ਅੱਗੇ ਹੋ ਕੇ ਉਹ ਚੱਲਦੇ ਪਏ ਆ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਉਮੀਦਵਾਰਾਂ ਦਾ ਐਲਾਨ ਜਿਹੜਾ ਸਭ ਤੋਂ ਪਹਿਲਾਂ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ, ਔਰ ਉਸ ਉਮੀਦਵਾਰ ਦੇ ਨਾਲ ਜਿਸ ਤਰੀਕੇ ਨਾਲ ਲੋਕ ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਵਰਕਰ ਜਿਸ ਤਰੀਕੇ ਨਾਲ ਜੁੜਦੇ ਪਏ ਆ, ਉਹਦੇ ਸੰਬੰਧੀ ਤਾਂ ਬਿਲਕੁਲ। ਔਰ ਦੂਸਰੇ ਬੰਨੇ ਜਿਸ ਤਰੀਕੇ ਨਾਲ ਉਹਨਾਂ ਬਸਪਾ ਨਾਲ ਸਮਝੌਤਾ ਕੀਤਾ, ਇਹ ਉਹਨਾਂ ਦੀ ਇੱਕ ਰਾਜਨੀਤਿਕ ਅਸੀਂ ਕਹਿ ਸਕਦੇ ਕਿ ਚਾਲ ਆ ਜਾਂ ਸਮਝਿਆ ਕਿ ਕਿਸ ਤਰੀਕੇ ਨਾਲ ਉਹਨਾਂ ਗਲਤ ਵੋਟਾਂ ਨੂੰ ਆਪਣੇ ਨਾਲ ਜਿਹੜਾ ਉਹ ਲੈਣਾ ਪੈਣਾ। ਬਾਕੀ ਜੇਕਰ ਤੁਸੀਂ ਸੁਖਬੀਰ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਚੋਣਾਂ ਦੀ ਗੱਲ ਕਰਦੇ ਜੇ, ਇਸ ਦਾ ਨਜ਼ਾਰਾ ਤਾਂ 2017 ਦੇ ਵਿੱਚ ਸਾਰੇ ਪੰਜਾਬ ਵਾਸੀ ਵੇਖ ਚੁੱਕੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੀ ਹੋਇਆ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਤਰਾਸਦੀ ਇਹ ਗੱਲ ਆ ਕਿ ਉੱਥੇ ਕੋਈ ਵੀ ਦੂਜਾ ਬੰਦਾ ਲੀਡਰ ਨਹੀਂ ਬਣ ਸਕਦਾ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੋਂ ਬਾਅਦ ਜੇ ਬਣਨਗੇ ਬੀਬੀ ਹਰਸਿਮਰਤ ਕੌਰ ਬਾਦਲ ਬਣ ਸਕਦੀ ਹੈ,
ਜਾਂ ਬਿਕਰਮ ਸਿੰਘ ਮਜੀਠੀਆ ਬਣ ਸਕਦਾ, ਤਾਂ ਕੋਈ ਚੌਥਾ ਬੰਦਾ, ਕੋਈ ਪੰਜਵਾਂ ਨਾਮ ਜਿਹੜਾ ਹੈ ਨਹੀਂ। ਤਾਂ ਕਹਿਣ ਦਾ ਅਰਥ ਆ ਕਿ ਬੜੇ ਅਜਿਹੇ ਮੁੱਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਗਲੋਂ ਜਿਹੜੇ ਨਹੀਂ ਲੱਥ ਰਹੇ। ਸਭ ਤੋਂ ਵੱਡਾ ਬੇਅਦਬੀ ਦਾ ਕਾਂਡ, ਸੱਚੇ ਸੌਦੇ ਦੀ ਮਾਫੀ, ਬਰਗਾੜੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਹ ਜਿਹੜੇ 3-4 ਮੁੱਦੇ ਨੇ, ਜੋ ਮਰਜ਼ੀ ਅਕਾਲੀ ਦਲ ਕਰ ਲਵੇ, ਇਹਨਾਂ ਮੁੱਦਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਖਹਿੜਾ ਜਿਹੜਾ ਉਹ ਨਹੀਂ ਛੁੱਟ ਸਕਦਾ ਜਿੰਨਾ ਚਿਰ ਤੱਕ ਬਾਦਲ ਪਰਿਵਾਰ ਕੋਲ ਪ੍ਰਧਾਨਗੀ ਰਹਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਹੋਣੀ ਕਰਦੇ ਆ, ਤਾਂ ਇਹ ਗੱਲ ਸਾਫ਼ ਸਪਸ਼ਟ ਹੈ, ਚਿੱਟੇ ਦਿਨ ਵਰਗੀ ਸਾਫ਼, ਕਿ ਉਹਨਾਂ ਚਿਰ ਤੱਕ ਇਹ ਮੁੱਦੇ ਜਿਹੜੇ ਨੇ ਇਹ ਉਹਨਾਂ ਦੇ ਘਰੋਂ ਨਹੀਂ ਲੱਥਣਗੇ। ਔਰ ਮੁੱਦੇ ਨਹੀਂ ਘਰੋਂ ਲੱਥਣਗੇ ਤਾਂ ਪਾਰਟੀ ਦਾ ਕੀ ਹਾਲ ਹਸ਼ਰ ਹੋਇਆ ਜਿਹੜਾ 2017 ਦੇ ਵਿੱਚ। ਤੋਂ ਇਸ ਕਾਰਨ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਤੁਸੀਂ ਕਰਦੇ, ਕਿ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪੰਥਕ ਧਿਰ ਜਿਹੜਾ, ਇੱਕ ਪੰਥਕ ਵੋਟ ਜਿਹੜੀ ਜ਼ਬਰਦਸਤ ਆ, ਪੰਥਕ ਵੋਟ ਵੀ ਜਿਹੜੀ ਖਿਲਰ ਚੁੱਕੀ ਹੈ, ਉਹ ਵੀ ਖਤਮ ਹੋ ਚੁੱਕੀ ਹੈ, ਕਿਉਂਕਿ ਅਲੱਗ-ਅਲੱਗ ਲੋਕਾਂ ਨੇ ਮਹਿਸੂਸ ਕੀਤਾ। ਦੂਜੇ ਬੰਨੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਰੱਖਣਾ, ਉਹਨਾਂ ਨੂੰ ਸਰਪ੍ਰਸਤ ਬਣਾ ਦੇਣਾ, ਔਰ ਦੂਜੇ ਬੰਨੇ ਸੁਖਬੀਰ ਸਿੰਘ ਬਾਦਲ ਦਾ ਬਤੌਰ ਪਾਰਟੀ ਪ੍ਰਧਾਨ ਸਾਹਮਣੇ ਆਉਣਾ, ਇਹ ਜਿਹੜੇ ਗੱਲਾਂ ਨੇ ਇਹ ਬਹੁਤ ਕੁਝ ਇਹੋ ਜਿਹਾ ਪੇਸ਼ ਕਰਦੀਆਂ ਨੇ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਅਸੀਂ ਕਹੀਏ ਨਾ ਕਿ ਜਿੱਤ ਕਰ ਲੈਣਗੇ, ਇਹੋ ਜਿਹੀ ਜਿੱਤ ਦੇ ਆਸਾਰ ਇੰਨੇ ਸੌਖੇ ਨਹੀਂ ਹੈਗੇ ਇਸ ਵਕਤ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜਾ ਵਿਰੋਧ ਹੈ ਕਿਸਾਨਾਂ ਦੇ ਅੰਦੋਲਨ ਦੇ ਵਿੱਚ, ਜਿਸ ਤਰੀਕੇ ਨਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਈਨ ਕੀਤੇ, ਬਾਅਦ ਦੇ ਵਿੱਚ ਬਾਦਲ ਸਾਹਿਬ ਦੀਆਂ ਜਾਂ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਵੀਡੀਓ ਜਿਹੜੇ ਉਹ ਰਿਲੀਜ਼ ਹੋਏ, ਕਿਸ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਕਾਨੂੰਨਾਂ ਦੇ ਹੱਕ 'ਚ ਬਿਆਨ ਦਿੱਤੇ, ਫਿਰ ਬਾਅਦ 'ਚ ਜਦੋਂ ਲੋਕਾਂ ਦਾ ਦਬਾਅ ਵਧਿਆ ਫਿਰ ਕਿਸ ਤਰੀਕੇ ਨਾਲ ਇਹਨਾਂ ਡਰਾਮਾ ਕੀਤਾ, ਉਹ ਸਾਰੀਆਂ ਗੱਲਾਂ ਜਿਹੜੀਆਂ ਲੋਕ ਜਾਣਦੇ ਆ। ਹੁਣ ਸਥਿਤੀ ਇਹੋ ਜਿਹੀ ਹੈ ਕਿ ਅਕਾਲੀ ਦਲ ਜ਼ੋਰ ਲਾ ਕੇ ਜਿਹੜੀ ਚੀਜ਼ ਮਰਜ਼ੀ ਕਹੀ ਜਾਵੇ, ਜਿਹੜੀ ਮਰਜ਼ੀ ਪ੍ਰੈਸ ਕਾਨਫਰੰਸ ਕਰੀ ਜਾਵੇ, ਜਿੰਨੇ ਮਰਜ਼ੀ ਧਰਨੇ ਲਾਈ ਜਾਵੇ, ਅਕਾਲੀ ਦਲ ਦੀ ਗੱਲ ਤੇ ਕੋਈ ਯਕੀਨ ਕਰਨ ਨੂੰ ਤਿਆਰ ਨਹੀਂ। ਜੀ ਮੈਂ ਅਸਲ 'ਚ ਗੱਲ ਸੁਖਵਿੰਦਰ ਜੀ ਇਹ ਕਿ ਅਕਾਲੀ ਦਲ ਕੋ ਕੇਵਲ ਇੱਕੋ ਬੰਦਾ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ। ਬਿਕਰਮ ਮਜੀਠੀਆ ਹੁਣ ਪ੍ਰੈਸ ਕਾਨਫਰੰਸ ਨੂੰ ਕਰਦੇ ਆ, ਸੁਖਬੀਰ ਸਿੰਘ ਬਾਦਲ ਜਿਹੜਾ ਜਾ ਕੇ ਕਾਰਵਾਈਆਂ ਜਿਹੜੀਆਂ ਸਟੇਜਾਂ ਦੇ ਆਪਣੇ ਜਿਹੜੇ ਵਾਅਦੇ ਜਾਂ ਲਾਰੇ ਜਿਹੜੇ ਲੋਕਾਂ ਨੂੰ ਹੁੰਦੇ, ਔਰ ਲੋਕ ਜਿਹੜੇ ਨੇ ਪੂਰਨ ਤੌਰ ਤੇ ਪਿਛਲੇ 10 ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਤੋਂ ਲੋਕ ਜਾਣੂ ਹੋਏ ਨੇ। ਦੇਖੋ 2012 ਤੱਕ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਪੂਰਨ ਤੌਰ ਤੇ ਦਬਦਬਾ ਜਿਹੜਾ ਰਿਹਾ, ਪਰ 2012 ਤੋਂ ਬਾਅਦ ਜਿਹੜਾ ਦਬਦਬਾ ਸੀ ਬੇਸ਼ੱਕ ਮੁੱਖ ਮੰਤਰੀ ਉਹੀ ਸਨ, ਪਰ ਉਹਨਾਂ ਦਾ ਦਬਦਬਾ ਜਿਹੜਾ ਘਟਣਾ ਸ਼ੁਰੂ ਹੋ ਗਿਆ, ਉਹ ਇੱਕ ਕਿਸਮ ਦਾ ਵਾਗਡੋਰ ਜਿਹੜੀ ਆ ਉਹ ਸੁਖਬੀਰ ਦੇ ਹੱਥ ਆਉਂਦੀ ਗਈ। ਸੁਖਬੀਰ ਦੇ ਹੱਥ ਆਉਂਦੀ ਗਈ ਤੇ ਕੀ ਕੁਝ ਪੰਜਾਬ ਦੇ ਵਿੱਚ ਹੋਇਆ। ਨਸ਼ਾ ਦਾ ਜਿਹੜਾ ਹੈਗਾ ਉਹਦਾ ਡਰੱਗ ਮਾਫੀਆ ਜਿਹੜਾ ਉਹਦਾ ਜਿਹੜਾ ਇਲਜ਼ਾਮ ਹੈ ਕਿਸੇ ਵੀ ਸੂਰਤ ਦੇ ਵਿੱਚ ਅਕਾਲੀ ਦਲ ਦੇ ਕੋਲੋਂ ਨਹੀਂ ਲੱਥਦਾ, ਜਦੋਂ ਮਰਜ਼ੀ ਹੋ ਜਾਏ। ਹਰ ਬੰਦਾ ਕਹਿੰਦਾ ਕਿ ਜਿਹੜਾ ਨਸ਼ਾ ਇਹ ਲੈ ਕੇ ਆਏ, ਨਸ਼ਾ ਇਹ ਲੈ ਕੇ, ਨਸ਼ਾ ਇਹ ਲੈ ਕੇ ਆਏ। ਸੋ ਕਹਿਣ ਦਾ ਅਰਥ ਇਹ ਆ ਕਿ ਉਹਨਾਂ ਦੀਆਂ ਗੱਲਾਂ ਤਾਂ ਜ਼ਰੂਰ ਕਰਦੇ, ਉਹਨਾਂ ਦੀਆਂ ਗੱਲਾਂ ਨੂੰ ਕੋਈ ਸਵੀਕਾਰ ਕਰਨ ਨੂੰ ਤਿਆਰ ਨਹੀਂ। ਜਿਸ ਤਰੀਕੇ ਨਾਲ ਤੁਸੀਂ ਪੂਰਨ ਤੌਰ ਤੇ ਬਿਲਕੁਲ ਠੀਕ ਗੱਲ ਕਹੀ, ਕੋਈ ਸਵੀਕਾਰ ਨਹੀਂ ਕਰਦਾ, ਕਿਉਂਕਿ ਪਤਾ ਆ ਕਿ ਇਹਨਾਂ ਦੇ ਇਹ ਗੱਲਾਂ ਹੀ ਹਨ। ਜਿਸ ਤਰ੍ਹਾਂ ਆਮ ਤੌਰ ਤੇ ਉਹ ਕਹਿ ਸਕਦੇ ਸੁਖਬੀਰ ਜਿਹੜੀਆਂ ਉਹ ਗੱਪਾਂ ਮਾਰਦਾ ਜਾਂ ਇਹੋ ਜਿਹੀ ਪ੍ਰਧਾਨ ਜੀ ਉਹਨਾਂ ਨੂੰ ਪ੍ਰਧਾਨ ਜੀ ਅਖਵਾਉਣਾ ਜ਼ਿਆਦਾ ਜਿਹੜਾ ਪਸੰਦ ਹੈਗਾ। ਤਾਂ ਪ੍ਰਧਾਨ ਠੀਕ ਹੈ, ਪਰ ਜਿਸ ਤਰੀਕੇ ਨਾਲ ਪ੍ਰਧਾਨਗੀ ਪਦ ਉਹਨਾਂ ਨੇ 2017 ਦੀਆਂ ਚੋਣਾਂ ਲੜੀਆਂ, ਉਹਦੇ ਵਿੱਚ ਇਸ ਪਾਰਟੀ ਦਾ ਕੀ ਹਾਲ ਹੋਇਆ ਉਹਦੇ ਤੋਂ ਸਾਰੇ ਜਾਣੂ ਆ। ਤੇ ਜੇਕਰ ਤੁਸੀਂ ਅੱਜ ਦੇ ਪ੍ਰਸੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਮੇਥੋਂ ਪੁੱਛਦੇ ਜੇ, ਤਾਂ ਉਹ ਸਥਿਤੀਆਂ ਇੰਨੀਆਂ ਅੱਜ ਵੀ ਉਹੋ ਜਿਹੀਆਂ ਨੇ ਪਹਿਲੇ ਵਰਗੀਆਂ ਜਿਸ ਤਰ੍ਹਾਂ ਪਹਿਲਾਂ ਸਨ। ਪਹਿਲਾਂ ਨਾਲੋਂ ਮਾੜੀਆਂ ਜ਼ਰੂਰ ਹੋ ਸਕਦੀਆਂ, ਕਿਉਂਕਿ ਇਹਨਾਂ ਤੇ ਪਹਿਲਾਂ ਤਾਂ ਬੇਅਦਬੀ ਅਤੇ ਜਿਹੜਾ ਗੋਲੀ ਕਾਂਡਾਂ ਦਾ ਇਲਜ਼ਾਮ ਸੀ, ਹੁਣ ਤਾਂ ਖੇਤੀ ਕਾਨੂੰਨਾਂ ਨੂੰ ਵੀ ਲੈ ਕੇ ਇਹਨਾਂ ਨੂੰ ਬਰਾਬਰ ਦਾ ਭਾਗੀਦਾਰ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ, ਬੀਜੇਪੀ ਦੇ ਬਰਾਬਰ ਦਾ। ਜੀ ਬਿਲਕੁਲ। ਤਾਂ ਉਹ ਸਾਰੇ ਪ੍ਰਸੰਗ ਦੇ ਵਿੱਚ ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੇਖਦੇ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਬਸਪਾ ਤੇ ਟੇਕ ਲਾ ਕੇ ਬੈਠਾ। ਬਸਪਾ ਨੂੰ ਨਾਲ ਲਿਆਉਣਾ ਸੀ ਇਸ ਕਰਕੇ ਲਿਆਂਦਾ ਕਿਉਂਕਿ ਦਲਿਤ ਜਿਹੜਾ ਕਾਡਰ ਹੈਗਾ ਜਾਂ ਦਲਿਤ ਵੋਟ ਜਿਹੜੀ ਆ ਉਹਨਾਂ ਨੂੰ ਮਿਲ ਸਕਦੀ ਹੈ। ਤਾਂ ਠੀਕ ਹੈਗਾ, ਹੁਣ ਬਸਪਾ ਦਾ ਵੀ ਜਿਹੜਾ ਜਨ ਆਧਾਰ ਆ ਉਹ ਵੀ ਤੁਹਾਨੂੰ ਪਤਾ ਹੀ ਆ, ਉਹ ਵੀ ਇਸੇ ਤਰ੍ਹਾਂ ਹੈ ਕਿ ਜਿਵੇਂ ਅੱਜ ਤੱਕ ਤਾਂ ਕੋਈ ਉਹਨੇ ਚਮਤਕਾਰ ਕੀਤਾ ਨਹੀਂ। ਉਹਨਾਂ ਨੂੰ ਵੀ ਇਹ ਹੁੰਦਾ ਕਿ ਚਲੋ ਅੱਗੇ ਬੀਜੇਪੀ ਲੱਤੇ ਹੀ, ਹੁਣ ਬੀਐਸਪੀ ਉਹਨਾਂ ਦਾ ਨਾਲ ਲੱਗ ਕੇ ਵੇਖ ਲਈਏ। ਸ਼ਾਇਦ ਜਿਹੜੀਆਂ ਉਹਨਾਂ ਨੇ ਸੀਟਾਂ ਦਿੱਤੀਆਂ 17 ਜਾਂ 18 ਜਿਹੜੀਆਂ ਸੀਟਾਂ ਦਿੱਤੀਆਂ ਨੇ, ਬਸਪਾ ਉਹਨਾਂ ਦੇ ਵਿੱਚੋਂ ਹਾਰਡਲੀ ਮੇਰਾ ਨਹੀਂ ਖਿਆਲ ਕਿ ਕੋਈ ਉਹ 5 ਦਾ ਵੀ ਅੰਕੜਾ ਜਿਹੜਾ ਉਹ ਪਾਰ ਕਰੇ। ਉਹ 5 ਤੱਕ ਹੀ 3-4 ਸੀਟਾਂ ਜਿਹੜੀਆਂ ਖਾਸ ਤੌਰ ਤੇ ਜਲੰਧਰ ਦੇ ਖੇਤਰ ਦੇ ਵਿੱਚ ਹਨ, ਉੱਥੇ ਉਹ ਪ੍ਰਭਾਵ ਆਪਣਾ ਪਾ ਸਕਦੀਆਂ ਨੇ। ਬਾਕੀ ਜੇਕਰ ਦੋਵੇਂ ਅਸੀਂ ਸੋਚੀਏ ਕਿ ਦੋਵੇਂ ਬਸਪਾ ਔਰ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲੈਣਗੇ, ਉਹੋ ਜਿਹੀ ਸਥਿਤੀ ਜਿਹੜੀ ਆ ਹੁਣ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਵਾਸਤੇ ਇੰਨੀ ਸੌਖੀ ਨਹੀਂ ਹੈ, ਕਿਉਂਕਿ ਇੱਕ ਤੀਜੀ ਧਿਰ ਜਿਹੜੀ ਆਮ ਆਦਮੀ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਕਾਂਗਰਸ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸ਼ਰੀਕ ਬਣ ਕੇ ਜਿਹੜੀ ਆ
ਉਹ ਉੱਭਰਦੀ ਪਈ ਹੈ ਜਾਂ ਉੱਭਰੀ ਵੀ ਹੈਗੀ ਆ। ਉਹਨਾਂ ਦੀਆਂ ਤਿਆਰੀਆਂ ਨੂੰ ਅਸੀਂ ਉਹਨਾਂ ਪਾਸੇ ਵੀ ਆਉਂਦੇ ਆ, ਪਰ ਉਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਿਹੜਾ ਹੈਗਾ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਅਕਾਲੀ ਦਲ ਦੀ ਸਥਿਤੀ ਕਿਹੋ ਜਿਹੀ ਰਹਿਣ ਵਾਲੀ ਹੈ, ਕਿ ਸੌਖੀ ਹੈ, ਸਰਕਾਰ ਬਣਾਉਣ ਵਾਲੇ ਪਾਸੇ ਜਾਂਦੀ ਹੈ ਜਾਂ ਕਿਵੇਂ? ਨਹੀਂ ਸਿੱਧੂ ਸਾਹਿਬ, ਮੈਨੂੰ ਜੋ ਮੇਰਾ ਆਪਣਾ ਅਨੁਮਾਨ ਹੈ ਜਾਂ ਮੇਰਾ ਜੋ ਤਜਰਬਾ ਆਖਦਾ ਕਿ ਜੇਕਰ ਆਪਾਂ ਲੋਕਾਂ ਨਾਲ ਜਿਹੜੀ ਗੱਲਬਾਤ ਕਰਦੇ ਵਿੱਚ ਲੋਕਾਂ ਦੇ ਨਾਲ ਵੀ ਮਿਲਦੇ ਰਹਿੰਦੇ ਆ ਪੱਤਰਕਾਰਤਾ ਦੇ ਤੌਰ ਤੇ, ਜੀ ਜੇਕਰ ਅਸੀਂ ਦੇਖੀਏ ਕਿ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਜੇਕਰ ਇਹ ਦੋਵੇਂ ਮਿਲ ਕੇ ਜਦੋਂ ਇਹਨਾਂ ਚੋਣਾਂ ਲੜਦੀਆਂ ਨੇ ਤਾਂ ਹਾਰਡਲੀ ਇਹ ਜੇਕਰ ਬਹੁਤ ਜ਼ੋਰ ਲਾਉਣ ਤਾਂ ਮੈਂ ਆਪਣੇ ਅਨੁਸਾਰ ਇਹਨਾਂ ਨੂੰ, ਮਤਲਬ ਜੋ ਮੇਰਾ ਤਜਰਬਾ ਆਖਦਾ ਜਾਂ ਰਾਜਨੀਤਿਕ ਹਾਲਾਤ ਜਾਂ ਇਹਨਾਂ ਦੀ ਮੈਂ ਸਥਿਤੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਔਰ ਬਸਪਾ ਦੀ ਦੇਖਾਂ ਤਾਂ ਇਹ 35 ਤੋਂ ਲੈ ਕੇ 40 ਤੱਕ ਦਾ ਜਿਹੜਾ ਅੰਕੜਾ ਮਹਾਂ ਹੀ ਆ, ਇਹ ਉੱਥੋਂ ਤੱਕ ਪਹੁੰਚਣ, ਇਹ 35 ਤੋਂ 40 ਦੇ ਦਰਮਿਆਨ। ਤੇ ਜੇਕਰ ਅਸੀਂ 57 ਕਰੀਏ, 57 ਦੀ ਤਾਂ ਗੱਲ ਜਿਹੜੀ ਆ ਉਹ ਨਹੀਂ ਹੋ ਸਕਦੀ। ਸੋ ਸਰਕਾਰ ਬਣਾਉਣ ਦੇ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦਾ ਜਿਹੜਾ ਗੱਠਜੋੜ ਆ ਉਹ ਨਜ਼ਦੀਕ ਜਿਹੜਾ ਸਾਨੂੰ ਨਹੀਂ ਹੁੰਦਾ। ਇਹ ਗੱਲ ਕਲੀਅਰ ਹੈ ਕਿ ਉਹ ਇੱਕ ਟੱਕਰ ਜਿਹੜੀ ਹੈ, ਮੁਕਾਬਲਾ ਜ਼ਰੂਰ ਦੇਣਗੇ, ਕਿਉਂਕਿ ਪੰਥਕ ਵੋਟ ਤਾਂ ਨਹੀਂ, ਕਿਉਂਕਿ ਫਿਰ ਵੀ ਉਹਨਾਂ ਦਾ ਆਧਾਰ ਜਿਹੜਾ ਉਹਨਾਂ ਦਾ ਹੈਗਾ ਪੁਰਾਣਾ ਆਧਾਰ ਹੈ, ਸਿਆਸੀ ਪਾਰਟੀ 100 ਸਾਲਾਂ ਦਾ ਪਾਰਟੀ ਦਾ ਇਤਿਹਾਸ ਹੈਗਾ। ਪਰ ਸੁਖਬੀਰ ਸਿੰਘ ਬਾਦਲ ਔਰ ਬਿਕਰਮ ਸਿੰਘ ਮਜੀਠੀਆ ਔਰ ਜਿਹੜੀ ਨਵੀਂ ਲੀਡਰਸ਼ਿਪ ਆ ਉਹਨੇ ਪਾਰਟੀ ਨੂੰ ਕਿੰਨਾ ਹਾਲਾਤਾਂ ਦੇ ਵਿੱਚ ਪਹੁੰਚਾ ਦਿੱਤਾ, ਇਹਦਾ ਸਿੱਟਾ ਜਿਹੜਾ ਅਜੇ ਪਾਰਟੀ ਨੂੰ ਹੋਰ 10 ਜਾਂ 15 ਸਾਲ ਭੁਗਤਣਾ ਪਏਗਾ, ਕਿਉਂਕਿ ਉਹ ਲੀਡਰ ਜਿਹੜੇ ਇੱਕ ਅਸੀਂ ਕਹਿ ਸਕਦੇ ਕਿ ਪੂਰਨ ਤੌਰ ਤੇ ਜਿਹੜੇ ਜੁੜੇ ਹੁੰਦੇ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਚ ਨੇਤਾ ਉਹ ਨਹੀਂ ਹੈਗੇ ਜੀ। ਹੁਣ ਉਸ ਤੋਂ ਬਾਅਦ ਆਪਾਂ ਗੱਲਬਾਤ ਆਮ ਆਦਮੀ ਪਾਰਟੀ ਦੀ ਕਰੀਏ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਬਾਰੇ ਆਪਾਂ ਹੋਰ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰਕੇ ਹਟੇ ਹਾਂ। ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਭਗਵੰਤ ਮਾਨ ਆਪਣੀ ਪਾਰਟੀ ਨੂੰ ਸੱਤਾ ਤੱਕ ਲੈ ਕੇ ਜਾਣਗੇ ਜਾਂ ਨਹੀਂ? ਨਹੀਂ ਸੁਖਵਿੰਦਰ ਜੀ, ਜੇਕਰ ਭਗਵੰਤ ਮਾਨ, ਬਿਲਕੁਲ ਅਸੀਂ ਇੱਕ ਪ੍ਰੋਗਰਾਮ ਇਸ ਤਰ੍ਹਾਂ ਕੀਤਾ, ਭਗਵੰਤ ਮਾਨ ਦੇ ਅਸੀਂ ਕੰਮਾਂ ਦੀ ਸ਼ਲਾਘਾ ਕੀਤੀ। ਅਸੀਂ ਅੱਜ ਵੀ ਕਹਿ ਸਕਦੇ ਕਿ ਆਮ ਆਦਮੀ ਦੇ ਪਾਰਟੀ ਦੇ ਪੈਰ ਲਾਉਣ ਵਾਲਾ ਜੇਕਰ ਪੰਜਾਬ ਦੇ ਵਿੱਚ ਹੈਗਾ ਤਾਂ ਕੇਵਲ ਭਗਵੰਤ ਮਾਨ। ਛੋਟੇਪੁਰ ਤੋਂ ਬਾਅਦ ਜੀ, ਛੋਟੇਪੁਰ ਨੇ ਵੀ ਪਾਰਟੀ ਨੂੰ ਇੱਕ ਚੰਗੀ ਅਗਵਾਈ ਦਿੱਤੀ ਔਰ ਅੱਜ ਦੀ ਤਰੀਕ ਦੇ ਵਿੱਚ ਭਗਵੰਤ ਮਾਨ ਹੀ ਪਾਰਟੀ ਦਾ ਇੱਕ ਚਿਹਰਾ ਹੈਗਾ ਕਿ ਜਿਹੜਾ ਪਾਰਟੀ ਵਾਸਤੇ ਪ੍ਰਧਾਨ ਦਾ ਬੁਲਾਰਾ ਵੀ ਹੈਗਾ, ਸਪੋਕਸਮੈਨ ਵੀ ਆ, ਪ੍ਰਧਾਨ ਵੀ ਆ, ਲੋਕ ਸਭਾ ਮੈਂਬਰ ਵੀ ਆ, ਸਭ ਕੁਝ ਹੀ ਉਹ ਆ। ਤਾਂ ਕਹਿਣ ਦਾ ਅਰਥ ਉਹਨੇ ਉਸ ਬੰਦੇ ਨੇ ਪਾਰਟੀ ਨੂੰ ਸੁੱਚਾ ਸਿੰਘ ਛੋਟੇਪੁਰ ਤੋਂ ਜਾਣ ਤੋਂ ਮਗਰੋਂ ਜਿਸ ਤਰੀਕੇ ਨਾਲ ਸਖਤ ਮਿਹਨਤ ਲਾ ਕੇ ਇਹਨੂੰ ਲੀਆਂ ਆਪਣੇ ਪੈਰਾਂ ਤੇ ਖੜਾ ਕੀਤਾ, ਉਹ ਨਿਰਸੰਦੇਹ ਇੱਕ ਸ਼ਲਾਘਾ ਦਾ ਕੰਮ ਹੈਗਾ, ਬਹੁਤ ਵਧੀਆ ਅਵਸਰ ਬਣਾਇਆ। ਪਰ ਇਹਦੇ ਬਾਵਜੂਦ ਸਿੱਧੂ ਸਾਹਿਬ, ਜੇਕਰ ਅੱਜ ਦੀ ਸਥਿਤੀ ਤੁਸੀਂ ਵੇਖੋ ਆਮ ਆਦਮੀ ਪਾਰਟੀ ਦੀ, ਅੱਜ ਉਹ ਸਥਿਤੀ ਨਹੀਂ ਹੈਗੀ ਕਿ ਜਿਹੜੀ 2017 ਤੋਂ ਪਹਿਲਾਂ ਸੀ। ਉਹ ਜਿਹੜੇ 6 ਮਹੀਨੇ ਲਾਸਟ ਦੇ 6 ਮਹੀਨੇ ਹੀ ਅਰਵਿੰਦ ਕੇਜਰੀਵਾਲ ਲੋਕ ਸੜਕਾਂ ਤੇ ਤੁਰਿਆ ਫਿਰਦਾ ਸੀ ਔਰ ਜਿਸ ਤਰੀਕੇ ਦੇ ਨਾਲ ਲੋਕ ਆਮ ਆਦਮੀ ਪਾਰਟੀ ਦਾ ਵੇਟ ਕਰਦੇ ਸਨ, ਇੰਤਜ਼ਾਰ ਕਰਦੇ ਸਨ ਇਹਨਾਂ ਦੇ ਲੀਡਰਾਂ ਦਾ, ਜਾਂ ਲੋਕਾਂ 'ਚ ਕਿ ਉਤਸ਼ਾਹ ਜਿਹੜਾ ਇੱਕ ਵੇਖਣ ਨੂੰ ਮਿਲਦਾ ਸੀ ਆਮ ਆਦਮੀ ਦੇ ਪ੍ਰਤੀ, ਪਾਰਟੀ ਦੇ ਪ੍ਰਤੀ, ਉਹ ਸਿੱਧੂ ਸਾਹਿਬ ਐਰਕਾ ਨੀਚੇ ਹੈਗਾ। ਅਗਰ ਵੇਖਿਆ ਜਾਏ ਤਾਂ ਐਰਕਾ ਸਥਿਤੀ ਬਿਲਕੁਲ ਉਹੋ ਜਿਹੀ ਨਹੀਂ ਹੈਗੀ ਕਿ ਜਿਹੜੀ 2017 ਚ ਤੇ ਏਦਾਂ ਲੱਗਦਾ ਸੀ ਕਿ ਇਹ ਸਰਕਾਰ ਜਿਹੜੀ ਹੈ 70 ਦੀਆਂ 70 ਦੇ ਕਰੀਬ ਸੀਟਾਂ ਜਿਹੜੀਆਂ ਲੈ ਜਾਏਗੀ। ਉਹ ਬੜੀ ਹੈਰਾਨੀ ਵਾਲੀ ਗੱਲ ਕਿ ਜਿਸ ਦੇ ਨਤੀਜੇ ਨਿਕਲ ਨਹੀਂ ਉਸ ਦਿਨ ਭਗਵੰਤ ਮਾਨ ਦੀ ਅਗਵਾਈ ਹੇਠ ਜਿਹੜੇ ਇਹ ਜਿਨ੍ਹਾਂ ਨੇ ਚੋਣ ਲੜੀ ਸੀ, ਇਹ ਵੀ ਉੱਥੇ ਜਾ ਕੇ ਪਾਰਟੀ ਦੇ ਜਿਹੜੇ ਮਹਿਕਮੇ ਮਿਲਨੇ ਉਹਨਾਂ ਦੀ ਵੰਡ ਜਿਹੜੀ ਕਰਨ ਲੱਗ ਪਈ ਸੀ, ਕਾਹਲੇਪਨ ਦੇ ਵਿੱਚ ਜਿਹੜੀ। ਪਰ ਜੇਕਰ ਤੁਸੀਂ ਅੱਜ ਦੀ ਸਥਿਤੀ ਵੇਖੋ ਤਾਂ ਅੱਜ ਦੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਮੈਨੂੰ ਬਿਲਕੁਲ ਹਾਸ਼ੀਏ ਤੇ ਗਈ ਲੱਗਦੀ ਹੈ, ਕਿਉਂਕਿ ਕਈ ਬੰਦੇ ਜਿਹੜੇ ਇਹਨਾਂ ਦੇ MLA ਸੀ ਉਹ ਟੁੱਟ ਕੇ ਕਾਂਗਰਸ 'ਚ ਜਾ ਵੜੇ, ਫੁਲਕਾ ਸਾਹਿਬ ਉਹਦਾ ਛੱਡ ਕੇ ਸੁਖਪਾਲ ਸਿੰਘ ਖਹਿਰੇ ਵਰਗੇ ਉਹ ਆਪਣੀ ਪਾਰਟੀ ਬਣਾ ਕੇ ਬਹਿ ਗਏ। ਕਹਿਣ ਦਾ ਅਰਥ ਆ ਕਿ ਅੱਜ ਉਹ ਸਥਿਤੀ ਨਹੀਂ ਹੈ ਜਿਹੜੀ 2017 ਦੀ ਸਥਿਤੀ ਸੀ। ਤਾਂ ਜੇਕਰ 2017 ਵਾਲੀ ਸਥਿਤੀ ਅੱਜ ਨਹੀਂ ਹੈ ਤਾਂ ਫਿਰ ਆਮ ਆਦਮੀ ਪਾਰਟੀ ਕਿਹੜੇ ਤਰੀਕੇ ਨਾਲ ਸੱਤਾ ਦੀਆਂ ਪੌੜੀਆਂ ਚੜ੍ਹ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਜਾ ਬੈਠੂਗੀ? ਇਹ ਜਿਹੜਾ ਨਾ ਬੜਾ ਮੁਸ਼ਕਿਲ ਆਦਾ। ਹੁਣ ਟਾਈਮ ਜਿਹੜਾ ਬੜਾ ਥੋੜਾ ਰਹਿ ਗਿਆ, ਹੁਣ ਤਾਂ ਇਹੋ ਹੀ ਹੋ ਸਕਦਾ ਕਿ ਜਿਸ ਤਰੀਕੇ ਨਾਲ ਇਸ ਵੇਲੇ ਜਿਸ ਤਰ੍ਹਾਂ 22-23 ਸੀਟਾਂ ਸੀ ਇਹਦੀਆਂ ਆਮ ਆਦਮੀ ਪਾਰਟੀ ਦੀਆਂ, ਤੇ ਜੇਕਰ ਮੈਂ ਅੱਜ ਦੇ ਪ੍ਰਸੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮੁੱਚੇ ਕਾਡਰ ਦੀ ਜਾਂ ਉਹਦੀ ਵਿਆਖਿਆ ਕਰਦਾ ਤਾਂ ਮੈਨੂੰ ਸਾਰੀ ਸਥਿਤੀ ਇਹ ਲੱਗਦਾ ਨਹੀਂ, ਮੈਨੂੰ ਇਹ 10 ਸੀਟਾਂ ਵੀ ਆਮ ਆਦਮੀ ਪਾਰਟੀ ਲਵੇ। ਹਾਲਾਂਕਿ ਵੱਖ-ਵੱਖ ਚੈਨਲ ਜਿਹੜੇ ਨੇ ਉਹਨਾਂ ਨੇ ਪਿੱਛੇ ਜੇ ਇੱਕ ਸਰਵੇ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਸਰਕਾਰ ਬਣਾ ਸਕਦੀ ਹੈ। ਪਤਾ ਨਹੀਂ ਉਹ ਕਿਹੜੇ ਆਧਾਰ ਤੇ ਗੱਲ ਕੀਤੀ, ਕਿਉਂਕਿ ਆਪਾਂ ਜਨਤਕ ਆਧਾਰ ਤੇ ਗਰਾਊਂਡ ਲੈਵਲ ਤੇ ਲੋਕਾਂ ਨਾਲ ਤੁਰੇ ਫਿਰਦੇ ਹਾਂ, ਗੱਲਾਂ ਬਾਤਾਂ ਕਰੀਦੀਆਂ ਨੇ। ਜਿਹੜਾ ਵੋਟਰ ਅੱਜ ਵੀ ਅਗਰ ਦੋ ਪਾਰਟੀਆਂ ਤੇ ਟੇਕ ਰੱਖਦਾ, ਇੱਕ ਜਾਂ ਉਹ ਕਾਂਗਰਸ ਵੱਲ ਵੇਖਦਾ ਜਾਂ ਸ਼੍ਰੋਮਣੀ ਅਕਾਲੀ ਦਲ ਵੱਲ ਵੇਖਦਾ। ਮੈਨੂੰ ਉਹ ਜਿਹੜਾ ਜਨਤਕ ਆਧਾਰ ਜਾਂ ਜਨਤਕ ਗੱਲ ਜਿਹੜੀ ਆ ਆਮ ਆਦਮੀ ਪਾਰਟੀ ਦੀ ਉਹ ਅਜੇ ਤੱਕ ਨਜ਼ਰੀ ਨਹੀਂ ਆਉਂਦੀ। ਤਾਂ ਫਿਰ ਕੇਵਲ ਭਗਵੰਤ ਮਾਨ ਕੋਈ ਇਹੋ ਜਿਹਾ ਚਮਤਕਾਰ ਤੇ ਕਰ ਦੋ ਰਿਹਾ ਕਿ ਸਾਰੇ ਪਾਸੇ ਲੈ ਜੇ। ਨੰਬਰ ਵੱਡੀ ਗੱਲ ਹੈ ਕਿ ਪਾਰਟੀ 'ਚ ਅਨੁਸ਼ਾਸਨ ਦੀ ਜਿਹੜੀ ਕਮੀ ਹੈ, ਜੇ ਟਿਕਟਾਂ ਮਿਲੀਆਂ ਨਹੀਂ ਉਹਨਾਂ ਨੇ ਹਲਕਾ ਇੰਚਾਰਜ ਲਾਤੇ, ਹਲਕਾ ਇੰਚਾਰਜ ਉਹ ਲਾਏ ਨੇ
ਜਿਹੜੇ ਵੱਖਰੇ ਨੇ। ਇੱਕ ਪਾਰਟੀ ਦੇ ਇੱਕ ਸੀਨੀਅਰ ਨੇਤਾ ਜਿਹੜਾ ਅੰਮ੍ਰਿਤਸਰ ਨਵਾਂ ਜਿਸਨੇ ਜੁਆਇਨ ਕੀਤਾ, ਉਹਦੀ ਮੇਰੇ ਨਾਲ ਗੱਲ ਹੋਈ। ਉਹਨੂੰ ਮੈਂ ਇਹ ਪੁੱਛਿਆ, ਮੈਂ ਕਿਹਾ ਕਿ ਇਹ ਜਿਹੜੇ ਹਲਕਾ ਇੰਚਾਰਜ ਜਿਹੜੇ ਲਾਏ ਜਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ, ਉਹਨਾਂ ਤੋਂ ਉਲਟ ਜਿਹੜੇ ਪਹਿਲਾਂ ਕੰਮ ਕਰ ਰਹੇ, ਇਹਦਾ ਕੀ ਪ੍ਰਭਾਵ ਜਾਏਗਾ? ਤਾਂ ਉਸ ਬੰਦੇ ਨੇ ਕੈਮਰੇ ਦੇ ਉੱਤੇ ਤਾਂ ਨਹੀਂ ਗੱਲ ਕੀਤੀ, ਉਹਨੇ ਇਹ ਗੱਲ ਕਹੀ ਕਿ ਇਹ ਪਾਰਟੀ ਵਾਸਤੇ ਬੜਾ ਹਾਨੀਕਾਰਕ ਕੰਮ ਹੈ। ਮੈਂ ਕਿਹਾ ਸੀ ਕਿ ਹਲਕਾ ਇੰਚਾਰਜ ਨਾ ਲਾਏ ਜਾਣ, ਕਿਉਂਕਿ ਇਹ ਜਿਹੜੀ ਇੱਕ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਨਕਲ ਆ, ਤਾਂ ਦੂਜੇ ਪਾਸੇ ਜਿਹੜੇ ਬੰਦੇ ਪਹਿਲਾਂ ਕੰਮ ਕਰ ਰਹੇ ਨੇ ਤਾਂ ਉਹਨਾਂ ਉੱਤੇ ਬਾਹਰੋਂ ਲਿਆ ਕੇ ਤੁਸੀਂ ਹਲਕਾ ਇੰਚਾਰਜ ਲਾ ਦਿੱਤੇ ਤਾਂ ਇਹ ਪਾਰਟੀ 'ਚ ਗਲਤ ਸੰਦੇਸ਼ ਜਾਏਗਾ ਕਿ ਇਹ ਜਿਸ ਤਰੀਕੇ ਨਾਲ 2017 ਦੇ ਵਿੱਚ ਬਾਹਰੋਂ ਉਮੀਦਵਾਰ ਲਿਆ ਕੇ ਲਾਏ ਗਏ ਉਸੇ ਤਰੀਕੇ ਨਾਲ ਹੋਣ। ਤਾਂ ਉਹਨਾਂ ਨੇ ਇਸ ਗੱਲ ਦੀ ਆਪਣੀ ਹਾਈ ਕਮਾਂਡ ਦੀ ਗੱਲ ਦੀ ਉਹਨਾਂ ਨੇ ਕੰਡੈਮ ਕੀਤਾ ਸੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਅਜੇ ਟਿਕਟਾਂ ਦੀ ਵੰਡ ਹੋਈ ਨਹੀਂ। ਜਦੋਂ ਟਿਕਟਾਂ ਦੀ ਵੰਡ ਹੋਣੀ ਹੈ, ਟਿਕਟਾਂ ਅਲਾਟ ਹੋਣੀਆਂ, ਤਾਂ ਉਦੋਂ ਵੀ ਵਿਰੋਧ ਹੋਣਾ, ਜਿਸ ਤਰੀਕੇ ਨਾਲ ਪਿਛਲੀ ਵਾਰੀ ਵਿਰੋਧ ਹੋਇਆ ਹੈ। ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਚੀਜ਼ ਹੀ ਇਹ ਲੈ ਕੇ ਬਹਿ ਗਈ ਕਿ ਹਰ ਬੰਦਾ ਕਹਿੰਦੇ ਮੈਂ ਹੀ ਐਮਐਲਏ। ਇਹਨਾਂ ਨੇ ਸਮਝਿਆ ਕਿ ਦਿੱਲੀ ਜਿਸ ਤਰੀਕੇ ਨਾਲ ਇੱਕ ਆਟੋ ਵਾਲਾ ਵੀ ਬਣ ਗਿਆ, ਇੱਕ ਸਾਬਕਾ ਫੌਜੀ ਵੀ ਬਣ ਗਿਆ, ਪੰਜਾਬ ਦੇ ਵਿੱਚ ਵੀ ਹੋ ਜੇ। ਪੰਜਾਬ ਦੀ ਪੋਲਿਟਿਕਸ, ਪੰਜਾਬ ਦੀ ਰਾਜਨੀਤੀ ਔਰ ਦਿੱਲੀ ਦੀ ਰਾਜਨੀਤੀ 'ਚ ਦਿਨ ਰਾਤ ਦਾ ਅੰਤਰ ਹੈ। ਪੰਜਾਬ ਦੇ ਮੁੱਦੇ ਹੋਰ ਨੇ, ਦਿੱਲੀ ਦੇ ਮੁੱਦੇ ਹੋਰ ਸਨ। ਇੱਥੇ ਦਾ ਵੋਟਰ ਪੰਜਾਬ ਦੀਆਂ ਮੁਸ਼ਕਲਾਤਾਂ ਹੋਰ ਨੇ, ਪੰਜਾਬ ਦੀਆਂ ਮੁਸ਼ਕਲਾਤਾਂ ਹੋਰ ਨੇ ਜੀ। ਬਿਲਕੁਲ। ਤਾਂ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਦਾ ਮੈਂ ਤੁਹਾਨੂੰ ਦੱਸਿਆ ਕਿ ਜਿਸ ਤਰੀਕੇ ਨਾਲ ਪਿਛਲੀ ਵਾਰੀ 22 ਆਈਆਂ ਸੀ, ਤੇ ਜੇਕਰ ਅੱਜ ਦੀ ਸਥਿਤੀ 'ਚ ਮੈਂ ਗੱਲ ਵੇਖਾਂ ਤਾਂ ਮੈਨੂੰ ਨਹੀਂ ਇਹ ਲੱਗਦਾ ਕਿ ਇਹ 10 ਸੀਟਾਂ ਤੱਕ ਵੀ ਜਾਵੇ। ਹਾਲਾਂਕਿ ਜਿਸ ਤਰੀਕੇ ਨਾਲ ਪਹਿਲਾਂ ਗੱਲ ਕੀਤੀ ਆ ਕਿ ਕੁਝ ਚੈਨਲ ਇਹ ਗੱਲ ਕਹਿ ਰਹੇ ਆ ਕਿ ਇਹ ਸਰਕਾਰ ਬਣਾ ਜਾਣਗੇ, ਪਰ ਮੈਨੂੰ ਨਹੀਂ ਇਸ ਤਰ੍ਹਾਂ ਲੱਗਦਾ ਕਿ ਇਹ ਇਹੋ ਜਿਹੀ ਸਥਿਤੀ, ਕਿਉਂਕਿ ਮੈਂ 2017 ਦੀ ਸਥਿਤੀ ਦੇ ਪ੍ਰਸੰਗ ਦੇ ਵਿੱਚ ਰੱਖ ਕੇ ਅੱਜ ਦੇ ਹਾਲਾਤਾਂ ਦੀ ਵਿਆਖਿਆ ਕਰਦਾ। ਕਿਉਂਕਿ ਜਿਸ ਤਰੀਕੇ ਨਾਲ ਅੱਜ ਪਾਰਟੀ 'ਚ ਫੁੱਟ ਪਈ ਹੈ, ਇੱਕ ਪਾਰਟੀ ਦੇ 4 ਐਮਐਲਏ ਜਿਹੜੇ ਨੇ, 3 ਜਿਹੜੇ ਨੇ ਉਹ ਉੱਧਰ ਜਾ ਚੁੱਕੇ ਨੇ, ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਨੇ, ਕੰਵਰ ਸੰਧੂ ਘਰ ਬਹਿ ਗਿਆ, ਫੁਲਕਾ ਸਾਹਿਬ ਵੀ ਛੱਡ ਚੁੱਕੇ ਨੇ, 2 ਗਰੁੱਪ ਬਣ ਚੁੱਕੇ ਆ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਕਿਹੜਾ ਚਮਤਕਾਰ ਕਰ ਲਊਗੀ? ਲੋਕਾਂ ਨੇ ਇੱਕ ਸੰਗਠਨ ਸਰਕਾਰ ਨੂੰ ਵੋਟ ਦੇਣੀ ਆ ਜਿਹੜੇ ਲੋਕਾਂ ਦੇ ਭਲੇ ਦੀ ਗੱਲ ਕਰੇ ਜਾਂ ਲੋਕਾਂ ਵੱਲੋਂ ਗੱਲ ਕਰੇ। ਤਾਂ ਜੇਕਰ ਆਪਸ ਦੇ ਵਿੱਚ ਹੀ ਇਹਨਾਂ ਦਾ ਇਕਸਾਰਤਾ ਕਾਇਮ ਨਹੀਂ ਰਹਿੰਦੀ, ਇਕਜੁੱਟਤਾ ਕਾਇਮ ਨਹੀਂ ਰਹਿੰਦੀ, ਤਾਂ ਇਸ ਦਾ ਫਿਰ ਮੈਸੇਜ ਜਿਹੜਾ ਉਹ ਜਾਏਗਾ। ਮੈਂ ਇਹ ਗੱਲ ਇਹ ਵੀ ਕਹਿਣਾ ਕਿ ਆਮ ਆਦਮੀ ਪਾਰਟੀ ਜੇਕਰ ਇਹ ਸੋਚ ਲੈ ਕਿ ਅਸੀਂ 2022 ਦੀਆਂ ਚੋਣਾਂ 'ਚ ਸਰਕਾਰ ਬਣਾ ਜਾਗੇ ਤਾਂ ਇਹ ਗੱਲ ਗਲਤ ਹੋਵੇਗੀ ਜੀ। ਤਾਂ ਫਿਰ ਤਾਂ ਹੁਣ ਆਪਣੇ ਕੋਲ ਇੱਕ ਕਾਂਗਰਸ ਹੀ ਰਹਿ ਗਈ ਹੈ ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਹਿ ਕੇ ਚਰਚਾ ਕਰਨ ਨੂੰ ਆਖਰ ਦੇ ਵਿੱਚ। ਹੁਣ ਸੱਤਾਧਾਰੀ ਧਿਰ ਕਾਂਗਰਸ ਦੀ ਗੱਲ ਕਰੀਏ, ਸੱਤਾਧਾਰੀ ਧਿਰ ਦੇ ਵੀ ਬਹੁਤ ਸਾਰੇ ਇਲਜ਼ਾਮ ਨੇ, ਬਹੁਤ ਸਾਰੀ ਵਾਅਦਾ ਖਿਲਾਫੀ ਦੇ ਇਲਜ਼ਾਮ ਲੱਗਦੇ ਆ, ਵਾਅਦੇ ਨਾ ਪੂਰੇ ਕਰਨ ਦੇ ਇਲਜ਼ਾਮ ਲੱਗਦੇ ਆ। ਸੱਤਾਧਾਰੀ ਧਿਰ ਆਪਸ ਦੇ ਵਿੱਚ ਵੀ ਕਈ ਥਾਈਂ ਪਾਰਟੀ ਫਿਰਦੀ ਹੈ ਤੇ ਉੱਪਰ ਦੀ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ। ਕਿਵੇਂ ਦੇਖਦੇ ਹੋ ਕਿ ਇਹ ਸਾਰੀਆਂ ਧੜੇਬੰਦੀਆਂ ਨੂੰ ਨਵਜੋਤ ਸਿੰਘ ਸਿੱਧੂ ਖਤਮ ਕਰਕੇ ਇਹ ਜਿਹੜੇ ਵਾਅਦਿਆਂ ਖਿਲਾਫੀ ਦੇ ਇਲਜ਼ਾਮ ਲੋਕਾਂ ਨੂੰ ਨਾਲ ਜਿਹੜੇ ਖਤਮ ਕਰਕੇ ਤੇ ਉਹਨਾਂ ਸਾਰੇ ਵਾਅਦੇ ਪੂਰੇ ਕਰਵਾ ਕੇ ਨਵਜੋਤ ਸਿੰਘ ਸਿੱਧੂ ਲੱਗਦਾ ਕਿ ਸੱਤਾ ਦੇ ਵਿੱਚ ਦੁਬਾਰਾ ਆਪਣੀ ਪਾਰਟੀ ਨੂੰ ਲਿਆ ਸਕਦੇ ਆਪਣੀ ਪ੍ਰਧਾਨਗੀ ਦੇ ਹੇਠ? ਦੇਖੋ ਸੁਖਵਿੰਦਰ ਜੀ, ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਜਾਂ ਇਹੋ ਜਿਹੀ ਸਥਿਤੀ ਸ਼੍ਰੋਮਣੀ ਅਕਾਲੀ ਦੀ ਜਾਂ ਖਾਸ ਤੌਰ ਤੇ ਐਸਆਈਟੀ ਦੀ ਜਦੋਂ ਰਿਪੋਰਟ ਨਹੀਂ ਸੀ ਨਾ ਆਈ, ਉਦੋਂ ਤੱਕ ਤੇ ਕਾਂਗਰਸੀ ਜਿੰਨੇ ਵੀ ਐਮਐਲਏ ਜਾਂ ਮੰਤਰੀ ਹੀ ਸਭ ਬੜੇ ਚੈਨ ਦੀ ਨੀਂਦਰ ਸੁੱਤੇ, ਤਾਂ ਉਹਨਾਂ ਨੂੰ ਲੱਗਦਾ ਕਿ ਗੱਲ ਹੀ ਕੋਈ ਨਹੀਂ, ਮੈਦਾਨ ਖਾਲੀ ਹੈ ਤੇ ਸਾਰਾ ਕੁਝ ਅਸੀਂ ਬੜੇ ਆਰਾਮ ਨਾਲ, ਸਰਕਾਰ ਬਣੀ ਪਈ ਹੈ, ਸਾਡੀ ਸਰਕਾਰ ਬਣੀ ਪਈ ਹੈ। ਇਹ ਬੜੇ ਸੁਪਨਵੀ ਦੁਨੀਆ ਦੇ ਵਿੱਚ ਸੁੱਤੇ ਹੀ। ਮੈਂ ਰਾਜਾ ਸਾਹਿਬ ਵੀ ਮਹਿਲਾਂ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲਦੇ, ਕਦੀ ਫਲ ਫੁੱਲ ਖਾ ਲਏ, ਕੋਈ ਵੰਨ ਸੁਵੰਨੇ ਨਵੇਂ ਫਲਾਂ ਦੇ ਨਾਮ ਉਹਨਾਂ ਦਾ ਨਸ਼ਾ, ਮਤਲਬ ਬੜੀ ਸਥਿਤੀ ਇਦਾਂ ਦੀ ਸੀ, ਸਭ ਕੁਝ ਠੀਕ ਠਾਕ ਹੈਗਾ। ਉਹ ਐਸਆਈਟੀ ਦੀ ਰਿਪੋਰਟ ਰੱਦ ਹੋਣੀ ਸੀ ਹਾਈ ਕੋਰਟ ਵੱਲੋਂ, ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜ਼ਬਰਦਸਤ ਭੁਚਾਲ ਜਿਹੜਾ ਉਹ ਨਵਜੋਤ ਸਿੱਧੂ ਨੇ ਲੈ ਕੇ ਆਉਣਾ ਸੀ। ਉਹ ਜਦੋਂ ਸਿਆਸੀ ਭੁਚਾਲ ਆਇਆ ਤਾਂ ਉਹ ਰਿਪੋਰਟ ਰੱਦ ਹੋਣ ਨਾਲ ਕਈ ਪਾਰਟੀਆਂ 'ਚ ਸਾਹ ਸੱਤ ਦੁਬਾਰਾ ਫਿਰ ਗਿਆ, ਕਈਆਂ ਨੂੰ ਆਕਸੀਜਨ ਲੱਗ ਗਈ, ਕਈ ਕਰੋਨਾ ਕਾਲ 'ਚੋਂ ਮੁਕਤ ਹੋਏ, ਬੜਾ ਕੁਝ ਉਸ ਰਿਪੋਰਟ ਤੋਂ ਰੱਦ ਹੋਣ ਤੋਂ ਬਾਅਦ ਆਇਆ। ਤੇ ਹੁਣ ਜਿਹੜੀ ਮੌਜੂਦਾ ਮਸ਼ੀਨ ਜਿਸ ਤਰੀਕੇ ਨਾਲ ਤੁਸੀਂ ਕੀਤੀ ਕਿ ਨਵਜੋਤ ਸਿੱਧੂ ਪ੍ਰਧਾਨ ਬਣ ਗਏ, ਦੇਖੋ ਸਿੱਧੂ ਸਾਹਿਬ, ਜੇ ਤੇ ਮੈਂ ਗੱਲ ਕਰਾਂ ਪੂਰੀ ਨਿਰਪੱਖ ਹੋ ਕੇ, ਅੱਜ ਦੀ ਤਾਰੀਖ ਦੇ ਵਿੱਚ ਹੁਣ ਤੱਕ ਜਿਹੜੇ ਪੰਜਾਬ ਦੇ ਲੋਕ ਨੇ ਉਹ ਕੈਪਟਨ ਸਰਕਾਰ ਤੋਂ ਬਹੁਤ ਜ਼ਿਆਦਾ ਦੁਖੀ ਨੇ, ਬਿਲਕੁਲ ਔਰ ਕੋਈ ਵੀ ਬੰਦਾ ਕੈਪਟਨ ਦਾ ਨਾਮ ਸੁਣਨਾ, ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਕਿਉਂਕਿ ਜਿਸ ਤਰੀਕੇ ਨਾਲ 4.5 ਸਾਲਾਂ ਦੌਰਾਨ ਕੈਪਟਨ ਸਰਕਾਰ ਨੇ ਲੋਕਾਂ ਨੂੰ ਲੁੱਟਿਆ, ਪੁੱਟਿਆ, ਮਾਰਿਆ। ਲੋਕਾਂ ਨੇ ਤਾਂ ਨਾਮ ਪਸੰਦ ਕਰਨਾ ਹੀ ਕੀ ਹੈ, ਹੁਣ ਉਹਨਾਂ ਦੇ ਆਪਦੇ ਐਮਐਲਏ ਤੇ ਮੰਤਰੀ ਨਹੀਂ ਪਸੰਦ ਕਰ ਰਹੇ। ਉਹ ਕਹਿੰਦੇ ਕੈਪਟਨ ਸਾਹਿਬ ਤੋਂ ਵਧੀਆ ਕਿਹੜਾ ਜੁੱਟਿਆ, ਹੁਣ ਅਸੀਂ ਦੁਬਾਰਾ ਐਮਐਲਏ ਬਣ ਜਾਗੇ ਕਹਿੰਦੇ। ਜੀ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਲੋਕਾਂ ਦਾ ਹਾਲ ਹੋਇਆ, ਔਰ ਲੋਕ ਜਿਸ ਤਰੀਕੇ ਨਾਲ ਇਸ ਵੇਲੇ ਸੜਕਾਂ ਤੇ ਹੱਕ ਮੰਗਦੇ ਲੋਕ ਨੇ, ਕਿਤੇ ਕੋਈ ਟਾਵਰ ਤੇ ਚੜਿਆ, ਕਿਤੇ ਕੋਈ ਡਾਂਗਾ ਖਾਣ ਡਿਆ, ਕੋਈ ਧਰਦਿਆਂ ਤੇ ਬੈਠਾ, ਤਾਂ ਮਹਾਰਾਜ ਸਾਹਿਬ ਮਹਿਲਾ ਚੁਣੀ ਨਹੀਂ ਮੁਲਾਜ਼ਮ ਵਕਤ ਬੜਾ ਦੁਖੀ। ਜੇ ਤੇ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਆਧਾਰ ਬਣਾ ਕੇ ਪੰਜਾਬ 'ਚ ਚੋਣਾਂ ਲੜਦੀ ਆ,
ਫਿਰ ਇਹੋ ਹੀ ਹਾਲ ਸਮਝੋ, ਫਿਰ ਤਾਂ ਸਥਿਤੀ ਸਾਫ਼ ਆ। ਫਿਰ ਕਾਂਗਰਸ ਪਾਰਟੀ ਆਪਣੀ ਹਾਰ ਨੂੰ ਖਿੜੇ ਮੱਥੇ ਅੱਜ ਤੋਂ ਹੀ ਸਵੀਕਾਰ ਕਰ ਲਈ। ਹਰ ਬੰਦਾ ਕਹਿੰਦਾ ਕਿ ਅਸੀਂ ਵੋਟ ਕਾਂਗਰਸ ਨੂੰ ਨਹੀਂ ਪਾਉਣੀ, ਇਹ ਲੋਕਾਂ ਦੇ ਆਮ ਚਾਰ ਨੇ। ਪਰ ਹਾਂ, ਜਿਸ ਦਿਨ ਦਾ ਨਵਜੋਤ ਸਿੰਘ ਸਿੱਧੂ ਮੈਦਾਨ ਚ ਆਇਆ ਪ੍ਰਧਾਨਗੀ ਪਦ ਆ, ਤੇ ਲੋਕਾਂ ਦੀ ਇੱਕ ਆਸ ਜਿਹੜੀ ਆ ਉਹਦੇ ਤੇ ਬੱਜੀ ਆ ਕਾਂਗਰਸ ਪਾਰਟੀ ਦੇ। ਕਾਂਗਰਸ ਪਾਰਟੀ ਤੇ ਨਹੀਂ, ਨਵਜੋਤ ਸਿੰਘ ਸਿੱਧੂ ਦੇ, ਉਹਦੀਆਂ ਗਤੀਵਿਧੀਆਂ ਤੇ ਉਹਦੀਆਂ ਕਾਰਵਾਈਆਂ ਦੇ, ਉਹ ਜਿਸ ਤਰੀਕੇ ਨਾਲ ਪਾਰਟੀ ਦਾ ਵਰਕਰ ਵੀ ਜਾਗ ਗਿਆ ਜੀ ਔਰ ਜਿਸ ਤਰੀਕੇ ਨਾਲ ਲੋਕਾਂ ਨੂੰ ਉਹ ਸਵਾਲ ਕਰਦਾ, ਪਾਰਟੀ ਨੂੰ ਸਵਾਲ ਕਰਦਾ, ਲੋਕਾਂ ਦੀ ਗੱਲ ਕਰਦਾ, ਲੋਕਾਂ ਨੂੰ ਇੱਕ ਆਸ ਦੀ ਕਿਰਨ ਜਿਹੜੀ ਆ ਉਹ ਜ਼ਰੂਰ ਨਵਜੋਤ ਸਿੱਧੂ ਚ ਨਜ਼ਰੀ ਆਈ ਹੈ। ਹੁਣ ਗੱਲ ਇਹ ਹੈ ਕਿ ਹੁਣ ਨਵਜੋਤ ਸਿੱਧੂ, ਬੇਸ਼ੱਕ ਅੱਜ ਦੀ ਤਰੀਕ ਚ ਨਵਜੋਤ ਸਿੱਧੂ ਦਾ ਨਾਮ 62 MLA ਤੁਰੇ ਫਿਰਦੇ, ਪਰ ਸਰਕਾਰ ਤਾਂ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ, ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕੱਲ ਉਹਨਾਂ ਨੇ ਚਿੱਠੀ ਦਿੱਤੀ ਕਿ ਆਹ ਪਈ 5 ਕੰਮ ਜਿਹੜੇ ਕਰੋ। ਰਾਜਾ ਸਾਹਿਬ ਕਹਿੰਦੇ ਜੇ ਇਹ ਕੰਮ ਕਰ ਰਹੇ ਤੇ ਪਹਿਲਾਂ ਕੋਈ ਗੱਲ ਹੀ ਕੋਈ ਨਹੀਂ। ਇਹ ਆ ਅਗਲੇ ਬੰਦੇ ਦੀ ਜਿਹੜੀ ਇਹ ਤਾਂ ਕਹਿੰਦੇ ਕੰਮ ਪੂਰੇ ਹੋਣ ਵਾਲੇ ਆ, ਇਹ ਤਾਂ ਕਹਿੰਦੇ ਕੰਮ ਨਿਰਣਾਇਕ ਮੋੜ ਤੇ ਪਹੁੰਚੇ ਹੋਏ ਆ ਜੀ। ਹੁਣ ਜੇਕਰ ਕੰਮ ਕਰਨ ਦੀ ਨੀਤ ਹੀ ਨਹੀਂ ਤਾਂ ਫਿਰ ਉਹ ਤੇ ਨਵਜੋਤ ਸਿੱਧੂ ਕਰੂਗਾ ਕੀ? ਨਵਜੋਤ ਸਿੱਧੂ ਤਾਂ ਇਹ ਕਰ ਸਕਦਾ ਕਿ ਸਰਕਾਰ ਨੂੰ ਹਲੂਣ ਸਕਦਾ, ਇਸ ਤਰ੍ਹਾਂ ਕਰ ਸਕਦਾ। ਪਰ ਹਾਂ, ਨਵਜੋਤ ਸਿੱਧੂ ਦੇ ਨਾਲ ਇਸ ਵੇਲੇ ਲੋਕਾਂ ਦਾ ਜਿਸ ਤਰੀਕੇ ਨਾਲ ਅਸੀਂ ਕਹਿ ਸਕਦੇ ਸਮਰਥਨ, ਜਿਸ ਤਰੀਕੇ ਨਾਲ ਇੱਕ ਵਿਸ਼ਵਾਸ ਜੁੜਿਆ, ਜੇਕਰ ਨਵਜੋਤ ਸਿੱਧੂ ਇਹਨਾਂ 2-2.5 ਮਹੀਨਿਆਂ 'ਚ ਕੋਈ ਅਜਿਹਾ ਕੰਮ ਕਰਕੇ ਵਿਖਾ ਦਿੰਦਾ, ਔਰ ਕਾਂਗਰਸ ਹਾਈਕਮਾਨ ਉਹ ਤਾਂ ਹੈ ਹੀ ਆ ਕਿ ਇਹਨੂੰ 2022 ਦੀਆਂ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਦਿੰਦੇ, ਤੇ ਇਹਦੀ ਸੰਭਾਵਨਾ ਵੀ ਹੈਗੀ ਹੈ ਕਿ ਜੇਕਰ 2-2.5 ਮਹੀਨਿਆਂ ਦੇ ਵਿੱਚ ਨਵਜੋਤ ਸਿੱਧੂ ਕੋਈ ਇਨਕਲਾਬ ਲੈ ਕੇ ਕੋਈ ਕੰਮ ਕਰਦੇ ਨੇ ਲੋਕਾਂ ਦੇ ਹਿੱਤਾਂ ਦਾ, ਜਿਸ ਤਰੀਕੇ ਨਾਲ ਉਹ 18 ਨਕਾਤੀ ਪ੍ਰੋਗਰਾਮਾਂ ਦੇ ਵਿੱਚੋਂ ਮੰਨ ਲਓ 9 ਹੀ ਪ੍ਰੋਗਰਾਮ ਪੂਰੇ ਕਰਾ ਦਿੰਦਾ, ਤਾਂ ਫਿਰ ਜਿਹੜੀ ਆ ਮੈਂ ਇਹ ਕਹਿ ਸਕਦਾ ਕਿ ਕਾਂਗਰਸ ਦੀ ਸਰਕਾਰ ਜਿਹੜੀ ਬਣਦੀ ਨਜ਼ਰ ਆਉਂਦੀ ਹੈ। ਪਰ ਇਹ ਗੱਲ ਕਲੀਅਰ ਜੇ ਇੱਥੇ ਕਾਂਗਰਸ ਨੂੰ ਸਪਸ਼ਟ ਬਹੁਮਤ ਉਹਨਾਂ ਨਹੀਂ ਜੇ ਮਿਲਦਾ ਜਿਸ ਤਰ੍ਹਾਂ ਪਿਛਲੀ ਵਾਰੀ 77 ਲੈ ਗਏ। ਇਸ ਵੇਲੇ ਜਿਹੜੀ ਸਥਿਤੀ ਆ ਉਹ ਵੀ 57 ਜਾਂ 60 ਤੱਕ ਰਹੇਗੀ, ਉਹ ਵੀ ਤਾਂ ਕਿ ਜੇਕਰ ਨਵਜੋਤ ਸਿੱਧੂ ਪੂਰਨ ਤੌਰ ਤੇ ਆਪਣਾ ਜਿਹੜਾ ਕੰਮ, ਜਿਹੜਾ ਗਤੀਵਿਧੀਆਂ 2.5 ਮਹੀਨਿਆਂ 'ਚ ਇਸੇ ਤਰ੍ਹਾਂ ਹੀ ਰੱਖਣ ਜਿਸ ਤਰੀਕੇ ਨਾਲ ਪਹਿਲੇ ਦਿਨ ਤੋਂ ਉਹ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੇ ਆ, ਔਰ ਕੈਪਟਨ ਸਰਕਾਰ ਨੂੰ ਬਾਰ-ਬਾਰ ਹਲੂਣ ਦੇਗਾ। ਪਰ ਹਾਂ, ਦੂਜੇ ਪਾਸੇ ਪ੍ਰਸ਼ਨ ਸਿੱਧੂ ਸਾਹਿਬ ਇਹ ਉੱਠਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਕੀ ਇਸ ਗੱਲ ਨੂੰ ਚਾਹੁੰਗੇ ਕਿ ਨਵਜੋਤ ਸਿੱਧੂ ਦੀ ਅਗਵਾਈ ਵਿੱਚ 2022 ਦੀਆਂ ਚੋਣਾਂ ਹੋਣ ਤੇ ਉਹ ਸਰਕਾਰ ਮਤਲਬ ਆਪਣੀ ਬਣਾਉਣ ਦੇ ਮੁੱਖ ਮੰਤਰੀ ਇਹ ਬਣ। ਸੋ ਕਹਿੰਦਾ ਜਿਹੜੀ ਖਿੱਚੋਤਾਣ ਜਿਹੜੀ ਹੈ ਇਹ ਕਾਂਗਰਸ ਪਾਰਟੀ ਨੂੰ ਜੇ ਨੁਕਸਾਨ ਪਹੁੰਚਾਉਂਦੀ ਆ, ਤਾਂ ਫਿਰ ਜਿਹੜੀ ਸਥਿਤੀ ਆ ਫਿਰ ਤਾਂ ਇਸ ਤਰ੍ਹਾਂ ਹੀ ਹੋਊਗਾ ਕਿ ਨਵਜੋਤ ਸਿੱਧੂ ਦੇ ਨਾਲ ਜਿਹੜੇ ਹਲਕੇ 'ਚ ਨਵਜੋਤ ਸਿੱਧੂ ਫੇਰਾ ਮਾਰੂਗਾ ਉੱਥੋਂ ਦੀ ਸਥਿਤੀ ਤੇ ਪਲਟ ਜਾਊਗੀ, ਉੱਥੋਂ ਦਾ ਉਹ ਸਰਕਾਰ ਆਪਣੇ MLA ਨੂੰ ਬਣਾ ਲੈਣਗੇ, ਤਾਂ ਫਿਰ ਜਿਹੜਾ ਵਿਰੋਧ ਹੈ ਉਹ ਵੀ ਜਿਹੜਾ ਹੋਣਾ ਸੁਭਾਵਿਕ ਹੈ। ਸੋ ਕਹਿਣ ਦਾ ਅਰਥ ਹੈ ਕਿ ਇਸ ਵੇਲੇ ਅਗਰ ਪੰਜਾਬ 'ਚ ਕਾਂਗਰਸ ਦੀ ਜੇ ਟੇਕ ਹੈ ਜਾਂ ਲੋਕਾਂ ਦਾ ਇੱਕ ਵਿਸ਼ਵਾਸ, ਲੋਕਾਂ ਦੀ ਨਜ਼ਰ ਕਿਹਦੇ ਵੱਲ ਹੈ? ਉਹ ਨਵਜੋਤ ਸਿੱਧੂ ਵੱਲ ਹੈ। ਜੇ ਨਵਜੋਤ ਸਿੱਧੂ ਪੂਰਨ ਇਮਾਨਦਾਰੀ ਦੇ ਨਾਲ, ਪੂਰੀ ਆਪਣੇ ਤੌਰ ਤਰੀਕੇ ਨਾਲ, ਜਿਸ ਤਰੀਕੇ ਨਾਲ ਲੱਗਾ ਉਸ ਤਰੀਕੇ ਨਾਲ ਉਹ ਕੰਮ ਕਰਦੇ ਨੇ, ਤਾਂ ਫਿਰ ਤਾਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆਉਂਦੀ ਆ। ਪਰ ਉਹਦੇ ਵਾਸਤੇ ਉਹਨੂੰ ਮਿਹਨਤ ਮਸ਼ੱਕਤ ਕਰਨੀ ਪਊਗੀ। ਉਸ ਤਰ੍ਹਾਂ ਨਹੀਂ ਹੋਊਗਾ ਜਿਸ ਤਰੀਕੇ ਨਾਲ ਕਾਂਗਰਸੀ ਪਹਿਲਾਂ ਸੋਚਦੇ ਸੀ। ਜੀ ਸੁਖਵਿੰਦਰ ਜੀ, ਫਾਈਨਲ ਰਿਜ਼ਲਟ ਹੁਣ ਆਪਾਂ ਪੰਜਾਬ ਪਾਰਟੀਆਂ ਦਾ ਮਿਲਾ ਕੇ ਬੇਸ਼ੱਕ ਤੁਸੀਂ ਦੇ ਦਿੱਤਾ, ਇੱਕ ਵਾਰੀ ਮੈਂ ਚਾਹੁੰਦਾ ਕਿ ਸ਼ਾਰਟ ਦੇ ਵਿੱਚ ਨਾਲ ਦੀ ਨਾਲ ਥੋੜੇ ਸ਼ਬਦਾਂ ਦੇ ਵਿੱਚ ਫਾਈਨਲ ਰਿਜ਼ਲਟ ਦੇ ਦਈਏ ਲੋਕਾਂ ਨੂੰ। ਰਿਜ਼ਲਟ ਨਹੀਂ ਆਪਾਂ ਕਹਿ ਸਕਦੇ, ਜਿਹੜੀ ਲੋਕਾਂ ਦੀ ਆਪਾਂ ਆਮ ਲੋਕਾਂ ਨਾਲ ਮਿਲਦੇ ਹਾਂ, ਗੱਲਬਾਤ ਕਰਦੇ ਹਾਂ, ਕਿਆਸ ਰਹੀਆਂ ਜੋ ਅੱਜ ਦੀ ਡੇਟ ਦੇ ਵਿੱਚ ਸਥਿਤੀਆਂ। ਇੱਕ ਗੱਲ ਮੈਂ ਹੋਰ ਕਲੀਅਰ ਕਰ ਦੇਵਾਂ, ਇਹ ਜਿਹੜਾ ਅਸੀਂ ਸਰਵੇ ਦੇ ਤੌਰ ਤੇ ਇੱਕ ਤਰੀਕੇ ਨਾਲ ਅਸੀਂ ਕਿਆਸ ਰਹੀਆਂ ਆਪਣੀਆਂ ਲਗਾ ਕੇ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਬਾਤਾਂ ਕਰਕੇ, ਕਿਉਂਕਿ ਫੀਲਡ ਦੇ ਵਿੱਚ ਅਸੀਂ ਪੱਤਰਕਾਰਤਾ ਦੇ ਤੌਰ ਤੇ ਬਹੁਤ ਸਾਰੇ ਪੱਤਰਕਾਰਾਂ ਨੂੰ ਵੀ ਮਿਲਦੇ ਹਾਂ, ਕੁਝ ਬੁੱਧੀਜੀਵੀਆਂ ਨੂੰ ਵੀ ਮਿਲਦੇ ਹਾਂ, ਤੇ ਕੁਝ ਜਿਹੜੇ ਹੈਗੇ ਆ ਲੋਕਾਂ ਨੂੰ ਵੀ ਬਹੁਤ ਸਾਰਿਆਂ ਨਾਲ ਮਿਲਦੇ ਆ। ਉਹਨਾਂ ਦੇ ਆਧਾਰ ਦੇ ਉੱਪਰ, ਉਹਨਾਂ ਨਾਲ ਗੱਲਬਾਤ ਕਰਨ ਦੇ ਉੱਪਰ ਇਹ ਸਾਡਾ ਪ੍ਰੋਗਰਾਮ ਹੈ, ਉਹਨਾਂ ਦੀ ਰਾਏ ਸਲਾਹ ਦੇ ਨਾਲ ਇਹ ਪ੍ਰੋਗਰਾਮ ਹੈ, ਤੇ ਔਰ ਨਾਲ ਦੀ ਨਾਲ ਅੱਜ ਦੀ ਸਥਿਤੀ ਦੇ ਹਿਸਾਬ ਦੇ ਨਾਲ ਇਹ ਪ੍ਰੋਗਰਾਮ ਹੈ। ਕੱਲ੍ਹ ਦੀ ਸਥਿਤੀ ਦੇ ਮੁਤਾਬਿਕ ਜੇਕਰ ਸਥਿਤੀਆਂ ਚੇਂਜ ਹੁੰਦੀਆਂ ਨੇ ਗੱਲ ਵੱਖਰੀ ਹੈ, ਪਰ ਅੱਜ ਦੀ ਸਥਿਤੀ ਦੇ ਮੁਤਾਬਿਕ ਇਹ ਗੱਲਾਂ ਅੱਜ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਉਹ ਸਹੀ ਨੇ। ਪਰ ਅਣਖੀ ਸਾਹਿਬ, ਮੈਂ ਇੱਕ ਵਾਰੀ ਚਾਹੁੰਦਾ ਕਿ ਪੰਜਾਂ ਪਾਰਟੀਆਂ ਦਾ ਬੜੇ ਥੋੜੇ ਸ਼ਬਦਾਂ ਦੇ ਵਿੱਚ, 2-4 ਸ਼ਬਦਾਂ ਦੇ ਵਿੱਚ ਤੁਸੀਂ ਇੱਕ ਵਾਰੀ ਵਿਸ਼ਲੇਸ਼ਣ ਕਰਕੇ ਦੱਸ ਦਿਓ ਕਿ ਫਾਈਨਲ ਕੀ ਹੋ ਸਕਦਾ ਹੈ। ਜੀ, ਫਾਈਨਲ ਰਿਜ਼ਲਟ ਇਹੋ ਹੀ ਮੈਂ ਜੋ ਸਾਡਾ ਅਨੁਮਾਨ ਇਹੋ ਹੀ ਹੈ ਸੁਖਵਿੰਦਰ ਜੀ, ਕਿ ਕਾਂਗਰਸ ਪਾਰਟੀ ਜਿਹੜੀ ਹੈ ਜੇਕਰ ਨਵਜੋਤ ਸਿੱਧੂ ਦੀ ਅਗਵਾਈ ਦੇ ਵਿੱਚ ਔਰ ਨਵਜੋਤ ਸਿੱਧੂ ਇਹਨਾਂ 2.5 ਮਹੀਨਿਆਂ ਦੇ ਵਿੱਚ ਕੋਈ ਜ਼ਬਰਦਸਤ ਐਕਸ਼ਨ ਕਰਦੇ ਨੇ ਔਰ ਲੋਕਾਂ ਦੇ ਵਾਅਦਿਆਂ ਤੇ ਪੂਰਾ ਉਤਰਦੇ ਨੇ, ਤਾਂ ਉਹ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹਨ। ਜੇ ਨਵਜੋਤ ਸਿੱਧੂ ਪੂਰਨ ਤੌਰ ਤੇ ਅਗਵਾਈ ਕਰਦੇ ਨੇ ਔਰ ਪੂਰਨ ਤੌਰ ਤੇ ਉਹਨਾਂ ਨੂੰ ਸਰਕਾਰ ਦਾ ਸਹਿਯੋਗ ਪ੍ਰਾਪਤ ਹੁੰਦਾ, ਪਰ ਇਹਦੇ ਵਾਸਤੇ ਇਹਨਾਂ ਨੂੰ ਅੱਜ ਤੋਂ ਹੀ ਜਿਹੜੇ ਉਹ ਮਿਹਨਤ ਹੈ ਜਿਹੜੀ ਉਹ ਕਰਨੀ ਪਏਗੀ। ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦਾ ਜਿਹੜਾ ਗੱਠਜੋੜਾ ਕਿਤੇ ਵੀ ਸਾਨੂੰ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਬਣਾਉਂਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਮੁੱਦੇ ਜਿਹੜੇ 2017 ਦੇ ਵਿੱਚ ਖੜੇ ਸਨ ਉਹ ਮੁੱਦੇ ਅੱਜ ਵੀ ਉਸੇ ਤਰੀਕੇ ਨਾਲ ਖੜੇ ਨੇ। ਹਾਂ,
ਇਹ ਇੰਨੀ ਕੁ ਗੱਲ ਹੋ ਸਕਦੀ ਹੈ ਬਸਪਾ ਔਰ ਸ਼੍ਰੋਮਣੀ ਅਕਾਲੀ ਦਲ ਆਪਸ ਦੇ ਵਿੱਚ 35 ਤੋਂ ਲੈ ਕੇ 40 ਤੱਕ ਦੇ ਦਰਮਿਆਨ ਤੇ ਕਿਤੇ ਉਹ ਪਹੁੰਚ ਜਾਣ, ਜੇਕਰ ਅਸੀਂ ਇਹ ਗੱਲ ਕਹੀਏ ਕਿ ਉਹ ਪੂਰਨ ਤੌਰ ਤੇ ਸਰਕਾਰ ਬਣਾ ਜਾਣ, ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਨਹੀਂ ਹਨ। ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਹੈ, ਆਮ ਆਦਮੀ ਪਾਰਟੀ ਦੀ ਸਥਿਤੀ ਇਸ ਕਰਕੇ ਕਮਜ਼ੋਰ ਆ ਕਿਉਂਕਿ ਪਾਰਟੀ ਦੇ ਵਿੱਚ ਇਕਸਾਰਤਾ ਨਹੀਂ ਹੈ, ਇਕਜੁੱਟਤਾ ਨਹੀਂ ਆ। ਹਰ ਤੱਕ ਜਿਹੜੀ ਪਾਰਟੀ ਰਹੀ ਆ, ਜਦੋਂ ਪਾਰਟੀ ਦੀ ਹਵਾ 2017 ਵਾਲੀ ਸੀ ਉਹ ਅੱਜ ਦੀ ਤਰੀਕ ਦੇ ਵਿੱਚ ਨਹੀਂ ਹੈਗੀ। ਭਗਵੰਤ ਮਾਨ ਤੋਂ ਇਲਾਵਾ ਉਹਨਾਂ ਕੋਲ ਕੋਈ ਦੂਜਾ ਇੱਕ ਚਿਹਰਾ, ਕੋਈ ਵੀ ਚਿਹਰਾ ਨਹੀਂ ਹੈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ 'ਚ ਪੇਸ਼ ਕੀਤਾ ਜਾ ਸਕੇ। ਬੇਸ਼ੱਕ ਸਮੇਂ-ਸਮੇਂ ਤੇ ਉਹਨਾਂ ਵੱਲੋਂ ਇਹ ਯਤਨ ਕੀਤੇ ਜਾਂਦੇ, ਕਿਹਾ ਜਾਂਦਾ ਕਿ ਅਸੀਂ ਇੱਕ ਚਿਹਰਾ ਪੇਸ਼ ਕਰਾਂਗੇ, ਫਿਰ ਕਰਾਂਗੇ, ਪਰ ਅਜੇ ਤੱਕ ਉਹ ਚਿਹਰਾ ਪਿਛਲੇ 10 ਸਾਲਾਂ ਦੇ ਦਰਮਿਆਨ ਵੀ ਇੱਕ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਨਹੀਂ ਕਰ ਸਕੇ। ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਆ ਉਹ ਹਾਰਡ ਦੀ, ਮੇਰੇ ਜੋ ਅੱਜ ਦੀਆਂ ਸਥਿਤੀਆਂ ਮੈਂ ਉਹਨਾਂ ਨੂੰ 10 ਸੀਟਾਂ ਦੇ ਲਾਗੇ ਚਾਗੇ ਹੀ ਵੇਖਦਾ ਆ। ਬਾਕੀ ਹੋਰ ਜਿਹੜੀ ਭਾਜਪਾ ਔਰ ਜਿਹੜੀ ਸੰਯੁਕਤ ਅਕਾਲੀ ਦਲ ਆ ਉਹ ਸਥਿਤੀਆਂ ਦੇ ਸੰਬੰਧੀ ਤਾਂ ਕੇਵਲ ਉਹ ਕਹਿੰਦੇ ਭਾਜਪਾ ਪੂਰੇ ਜ਼ੋਰ ਨਾਲ ਚੋਣ ਮੈਦਾਨ ਵਿੱਚ ਉਤਰੇਗੀ, ਉਮੀਦਵਾਰ ਵੀ 117 ਸੀਟਾਂ ਤੇ ਖੜੇ ਕਰੇਗੀ, ਪਰ ਜਿਹੜੀਆਂ ਸਥਿਤੀਆਂ ਨੇ, ਨਤੀਜੇ ਨੇ, ਉਹ ਉਹਨਾਂ ਦੇ ਹਾਲਾਤ ਵਿੱਚ ਕੇਵਲ ਜਾਂ 2 ਜਾਂ 3 ਹੀ ਹੋਣਗੇ। ਤਾਂ ਸੰਯੁਕਤ ਅਕਾਲੀ ਦਲ ਜਿਹੜਾ ਹੈ ਢੀਂਡਸਾ ਗਰੁੱਪ ਦਾ, ਉਹ ਕੇਵਲ 1 ਜਾਂ 2 ਸੀਟਾਂ ਤੇ ਸਿਮਟੇਗਾ, ਬਾਕੀ ਕੋਈ ਚਮਤਕਾਰ ਨਹੀਂ ਕਰ ਪਾਏਗਾ। ਜੀ ਸੁਖਵਿੰਦਰ ਜੀ। ਬਿਲਕੁਲ। ਤਾਂ ਅਣਖੀ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਸ ਅਹਿਮ ਪ੍ਰੋਗਰਾਮ ਦੇ ਵਿੱਚ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਉਮੀਦ ਕਰਦੇ ਹਾਂ ਕਿ ਵਿਨਿੰਗ ਪੰਜਾਬ ਦਾ ਇਹ ਪ੍ਰੋਗਰਾਮ ਦਰਸ਼ਕਾਂ ਨੂੰ ਪਸੰਦ ਆਇਆ ਹੋਊਗਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।